गुड मॉर्निंग स्टूडेंट्स। ਅੱਜ ਜੇ ਆਪਾਂ ਸੋਲੂਸ਼ਨ ਦਾ ਅਗਲਾ ਪਾਰਟ ਜਿਹੜਾ ਹੈਗਾ ਟੌਪਿਕ ਸਟਾਰਟ ਕਰਨ ਜਾ ਰਹੇ ਹਾਂ ਉਹ ਹੈ ਆਈਡੀਅਲ ਐਂਡ ਨਾਨ ਆਈਡੀਅਲ ਸੋਲੂਸ਼ਨ। ਬਹੁਤ ਹੀ ਈਜ਼ੀ ਟੌਪਿਕ ਹੈ ਇਹ। ਆਈਡੀਅਲ ਤੇ ਨਾਨ ਆਈਡੀਅਲ ਸੋਲੂਸ਼ਨ, ਇਹਦੇ ਵਿੱਚ ਡਿਫਰੈਂਸ ਲਿਖਣਾ ਪੇਪਰ 'ਚ ਪੱਕਾ ਕੁਐਸਚਨ ਆਉਂਦਾ ਆ। ਸੋ ਇਹ ਆਪਾਂ ਨੂੰ ਦੋਨੋਂ ਸੋਲੂਸ਼ਨ ਪਤਾ ਹੋਣੇ ਚਾਹੀਦੇ ਕਿਹੜੇ ਹੁੰਦੇ ਆ। ਹੁਣ ਆਪਾਂ ਕੱਲ ਪੇਪਰ ਪ੍ਰੈਸ਼ਰ ਦਾ ਕੰਸੈਪਟ ਜਿਹੜਾ ਸੀਗਾ ਕੀਤਾ ਹੈ ਨਾ, ਰਾਊਟਸ ਲਾ ਬਾਰੇ ਪੜ੍ਹਿਆ। ਇਹ ਜਿਹੜਾ ਆਈਡੀਅਲ ਤੇ ਨਾਨ ਆਈਡੀਅਲ ਸੋਲੂਸ਼ਨ ਹੈਗੇ ਆ ਇਹ ਰਾਊਟਸ ਲਾ ਦੇ ਅਕੋਰਡਿੰਗ ਆਉਣਗੇ ਆਪਣੇ ਕੋਲ। ਸੋ ਆਈਡੀਅਲ ਸੋਲੂਸ਼ਨ ਉਹ ਸੋਲੂਸ਼ਨਸ ਨੂੰ ਕਿਹਾ ਜਾਊਗਾ ਵਿਚ ਓਬੇ ਰਾਊਟਸ ਲਾ ਓਵਰ ਐਂਟਾਇਰ ਰੇਂਜ ਆਫ ਕੰਸਨਟ੍ਰੇਸ਼ਨ। ਕਹਿਣ ਦਾ ਮਤਲਬ ਪੰਜਾਬੀ 'ਚ ਵੀ ਜਿਹੜੇ ਸੋਲੂਸ਼ਨ ਰਾਊਟਸ ਲਾ ਨੂੰ ਪੂਰੀ ਤਰ੍ਹਾਂ ਫੋਲੋ ਕਰਨਗੇ ਉਹਦੇ ਅਕੋਰਡਿੰਗ ਜਿੰਨੀ ਉਹਨਾਂ 'ਚ ਕੰਸਨਟ੍ਰੇਸ਼ਨ ਹੈਗੀ ਆ ਪੂਰੀ ਕੰਸਨਟ੍ਰੇਸ਼ਨ ਦੇ ਦੌਰਾਨ ਉਹ ਰਾਊਟਸ ਲਾ ਨੂੰ ਓਬੇ ਕਰਨਗੇ, ਉਹਦੇ ਅਕੋਰਡਿੰਗ ਹੋਣਗੇ, ਆਨਸਰ ਦੇਣਗੇ। ਉਹਨਾਂ ਸੋਲੂਸ਼ਨਸ ਨੂੰ ਅਸੀਂ ਆਈਡੀਅਲ ਸੋਲੂਸ਼ਨਸ ਕਹਿੰਦੇ ਹਾਂ। ਸਮਝ ਗਏ ਨਾ ਗੱਲ ਨੂੰ ਕਿ ਰਾਊਟਸ ਲਾ ਦੇ ਅਕੋਰਡਿੰਗ ਆਪਣਾ ਆਨਸਰ ਦੇਣਗੇ। ਹੁਣ ਰਾਊਟਸ ਲਾ ਆਪਾਂ ਕੱਲ੍ਹ ਪੜ੍ਹ ਕੇ ਗਏ ਹਾਂ, ਉਹਦੇ ਵਿੱਚ ਜਦੋਂ ਵੀ ਆਪਣੇ ਦਿਮਾਗ 'ਚ ਰਾਊਟਸ ਲਾ ਆਵੇ ਤਾਂ ਤੁਹਾਡੀ ਇੱਕ ਗੱਲ ਦਿਮਾਗ 'ਚ ਆਉਣੀ ਚਾਹੀਦੀ ਹੈ ਕਿ ਰਾਊਟਸ ਲਾ ਨੇ ਇੱਕ ਸਾਨੂੰ ਮੈਥਮੈਟੀਕਲ ਐਕਸਪ੍ਰੈਸ਼ਨ ਦਿੱਤਾ ਸੀਗਾ ਵੇਪਰ ਪ੍ਰੈਸ਼ਰ ਕੱਢਣ ਦਾ ਕੰਪੋਨੈਂਟ ਦਾ। ਯਾਦ ਹੋਵੇ ਤੁਹਾਨੂੰ ਤਾਂ ਆਪਾਂ ਕੀਤਾ ਸੀ ਵੀ ਜੇ ਇੱਕ ਕੰਪੋਨੈਂਟ PA ਹੈ, ਇਹਦਾ ਵੇਪਰ ਪ੍ਰੈਸ਼ਰ ਸੋਲੂਸ਼ਨ ਦੇ ਵਿੱਚ ਕਿਹਦੇ ਬਰਾਬਰ ਹੋਏਗਾ P0A ਗੁਣਾ XA। ਇਸੇ ਤਰ੍ਹਾਂ PB ਦਾ ਕਿਹਦੇ ਬਰਾਬਰ ਹੋਏਗਾ P0B ਗੁਣਾ XB। ਤਾਂ ਟੋਟਲ ਜਿਹੜਾ ਹੋਏਗਾ ਇਹਨਾਂ ਦੋਵਾਂ ਦੇ ਜੋੜ ਦੇ ਬਰਾਬਰ ਹੋਏਗਾ। ਸੋ ਅਗਰ ਤਾਂ ਸੋਲੂਸ਼ਨਸ ਇਸ ਲਾ ਨੂੰ, ਇਸ ਗੱਲ ਨੂੰ ਫੋਲੋ ਕਰਦੇ ਆ, ਓਬੇ ਕਰਦੇ ਆ ਇਸ ਲਾ ਨੂੰ, ਫਿਰ ਉਹਨਾਂ ਨੂੰ ਆਈਡੀਅਲ ਸੋਲੂਸ਼ਨ ਦਾ ਨਾਂ ਦਿੱਤਾ ਜਾਊਗਾ। ਹੁਣ ਆਈਡੀਅਲ ਸੋਲੂਸ਼ਨ ਜੇ ਆਪਾਂ ਅਸਲ 'ਚ ਦੇਖਾਂਗੇ ਨਾ ਬਹੁਤ ਘੱਟ ਹੁੰਦੇ ਆ। ਘੱਟ ਦਾ ਮਤਲਬ ਇਹ ਆ ਕਿ ਸਾਡਾ ਜਿਹੜੀ ਡੀਲਿੰਗ ਹੁੰਦੀ ਆ ਜ਼ਿਆਦਾਤਰ ਨੋਨ ਆਈਡੀਅਲ ਸੋਲੂਸ਼ਨਸ ਦੇ ਨਾਲ ਹੁੰਦੀ ਆ। ਆਈਡੀਅਲ ਸੋਲੂਸ਼ਨ ਫਿਰ ਆਪਾਂ ਨੂੰ ਪਰ ਪਤਾ ਹੋਣੇ ਚਾਹੀਦੇ ਆ ਵੀ ਕਿਹੜੇ ਸੋਲੂਸ਼ਨ ਨੂੰ ਅਸੀਂ ਆਈਡੀਅਲ ਕਵਾਂਗੇ। ਆਈਡੀਅਲ ਉਹ ਹੁੰਦਾ ਜਿਹ 'ਚ ਕੋਈ ਵੀ ਨੁਕਸ ਨਾ ਹੋਵੇ। ਆਪਾਂ ਇਹ ਵਰਡ ਉਹਦੇ ਲਈ ਯੂਜ਼ ਕਰਦੇ ਹਾਂ ਨਾ, ਜਿਹੜਾ ਸਾਰੇ ਪਾਸੋਂ ਸਹੀ ਹੋਵੇ, ਠੀਕ ਹੋਵੇ, ਅਤੇ ਉਹ ਰਾਊਟਸ ਨਾਲ ਨੂੰ ਫੋਲੋ ਕਰੂਗਾ। ਹੁਣ ਆਈਡੀਅਲ ਸੋਲੂਸ਼ਨ ਜਿਹੜਾ ਕਿੱਦਾਂ ਦਾ ਸੋਲੂਸ਼ਨ ਹੋਏਗਾ, ਇਸ ਸੋਲੂਸ਼ਨ ਦੀ ਇਹ ਤਾਂ ਤਿਆਰ ਹੋਊਗਾ ਅਗਰ ਆਪਾਂ ਸੋਲੂਸ਼ਨ ਦੇ ਦੋ ਕੰਪੋਨੈਂਟ ਲਵਾਂਗੇ, ਇੱਕ ਸੋਲਿਊਟ ਹੋ ਗਿਆ, ਇੱਕ ਸੋਲਵੈਂਟ ਹੋ ਗਿਆ। ਫੋਰ ਐਗਜ਼ਾਮਪਲ ਇੱਕ A ਹੋ ਗਿਆ, ਇੱਕ ਕੀ ਹੋ ਗਿਆ B। ਅਗਰ ਇਹ ਦੋਨੋਂ ਕੰਪੋਨੈਂਟ ਜਿਹੜੇ ਆ ਹਰ ਤਰੀਕੇ ਦੇ ਨਾਲ ਸੇਮ ਹੋਣਗੇ, ਕਹਿਣ ਦਾ ਮਤਲਬ ਇਹਨਾਂ ਦਾ ਸਾਈਜ਼, ਇਹਨਾਂ ਦਾ ਸਟਰਕਚਰ, ਇਹਨਾਂ ਦੇ ਗੁਣ, ਇਹਨਾਂ ਦੇ ਵਿੱਚ ਪ੍ਰੋਪਰਟੀਜ਼, ਇਹਨਾਂ ਦੇ ਵਿੱਚ ਫੋਰਸਿਸ, ਇੰਟਰਮੋਲੀਕੂਲਰ ਫੋਰਸਿਸ ਵੀ ਸੇਮ ਹੋਣਗੀਆਂ, ਫਿਰ ਇਹ ਆਈਡੀਅਲ ਦੀ ਤਰ੍ਹਾਂ ਬਿਹੇਵ ਕਰ ਸਕਦੇ ਆ ਜਾਂ ਕਰਨਗੇ। ਹੁਣ ਤੁਸੀਂ ਕਹੋਗੇ ਕਿੱਦਾਂ? ਹੁਣ ਮੰਨ ਲਓ ਇੱਕ ਕੰਪੋਨੈਂਟ ਹੈ ਜੀ, ਮੈਂ A ਲਿਆ, ਇੱਕ ਮੈਂ B ਲਿਆ, ਦੋਨਾਂ ਨੂੰ ਸੋਲੂਸ਼ਨ 'ਚ ਪਾਤਾ। ਹੁਣ A ਜਿਹੜਾ ਹੈ ਇਹ ਪਿਓਰ ਕੰਪੋਨੈਂਟ ਕੱਲਾ ਮੈਂ ਲਿਆ A ਹੋ ਗਿਆ, ਕੱਲਾ ਮੈਂ ਲਿਆ B ਹੋ ਗਿਆ, ਫਿਰ ਦੋਨੋਂ ਮਿਕਸ ਕਰ ਲਏ। ਹੁਣ ਇਕੱਲੇ ਕੰਪੋਨੈਂਟ ਵਿੱਚ A ਇੱਦਾਂ ਦੀਆਂ ਫੋਰਸਿਸ ਹੋਣਗੀਆਂ, ਸਾਰੇ ਮੋਲੀਕੂਲ ਇੱਦਾਂ ਜੁੜੇ ਹੋਣਗੇ ਇਸ ਕੰਪੋਨੈਂਟ ਦੇ ਸਾਰੇ B ਦੇ ਨਾਲ ਜੁੜੇ ਹੋਣਗੇ। ਠੀਕ ਹੈ ਨਾ। ਫਿਰ ਜਦੋਂ ਅਸੀਂ ਮਿਕਸ ਕਰਾਂਗੇ ਨਵੀਂ ਫੋਰਸ ਰਾਜੇ ਕਿਹੜੀ ਬਣੇਗੀ? AB ਬਣੇਗੀ ਨਾ। ਸੋ ਆਈਡੀਅਲ ਸੋਲੂਸ਼ਨ ਉਹ ਹੋਊਗਾ ਜਿਹਦੇ ਵਿੱਚ ਸਾਰਾ ਕੁਛ, ਸਾਰੇ ਤਰੀਕੇ ਇਹ ਦੋਨੋਂ ਕੰਪੋਨੈਂਟ ਸੇਮ ਹੋਣਗੇ। ਇਹਨਾਂ ਦਾ ਸਾਈਜ਼, ਇਹਨਾਂ ਦਾ ਸਟਰਕਚਰ, ਇਹਨਾਂ ਦੀਆਂ ਪ੍ਰੋਪਰਟੀਜ਼ ਔਰ ਇਹਨਾਂ ਦੀਆਂ ਇੰਟਰਮੋਲੀਕੂਲਰ ਫੋਰਸਿਸ ਸੇਮ ਹੋਣਗੀਆਂ। ਇੰਟਰਮੋਲੀਕੂਲਰ ਫੋਰਸਿਸ ਇਹ ਹੋਇਆ ਵੀ ਜਿੰਨੀ ਇੰਟਰੈਕਸ਼ਨ A 'ਚ ਹੈ, ਜਿੰਨੀ B 'ਚ ਹੈ, ਜਦੋਂ A ਤੇ ਵੀ ਮਿਕਸ ਹੋਣਗੇ ਉਹਨਾਂ 'ਚ ਵੀ ਸੇਮ ਹੀ ਰਹੂਗੀ। ਇਹਦਾ ਮਤਲਬ ਕਿਸੇ ਤਰੀਕੇ ਫਰਕ ਨਹੀਂ ਪਊਗਾ ਰਿਐਕਸ਼ਨ ਦੇ ਵਿੱਚ। ਜਦੋਂ ਦੋਨਾਂ ਨੂੰ ਮਿਕਸ ਕਰਾਂਗੇ ਤਾਂ ਵੀ ਉਹ ਇੱਕੋ ਵਰਗੀ ਇੰਟਰੈਕਸ਼ਨ ਨਾਲ ਜੁੜ ਜਾਣਗੇ। ਜਿੱਦਾਂ ਉਹ ਪਹਿਲਾਂ ਜੁੜੇ ਹੋਏ ਸੀ ਉੱਦਾਂ ਹੀ ਉਹ ਮਿਕਸ ਕਰਨ ਤੋਂ ਬਾਅਦ ਵੀ ਜੁੜ ਜਾਣਗੇ। ਸੋ ਆਈਡੀਅਲ ਸੋਲੂਸ਼ਨ ਉਹ ਸੋਲੂਸ਼ਨ ਨੂੰ ਕਿਹਾ ਜਾਏਗਾ। ਸੋ ਧਿਆਨ ਰੱਖਣਾ ਆਪਾਂ ਨੇ ਵੀ ਫੋਰਸਿਸ ਦਾ ਅਸਰ ਪੈਂਦਾ। ਅਗਰ ਫੋਰਸਿਸ ਦਾ ਮੈਗਨੀਚਿਊਡ ਸਾਰਾ ਸੇਮ ਹੋਊਗਾ, A ਦਾ, B ਦਾ, AB ਦਾ, ਕਹਿਣ ਦਾ ਮਤਲਬ ਇਹ ਆਪਸ ਦੇ ਵਿੱਚ ਸੇਮ ਫੋਰਸਿਸ ਨਾਲ ਜੁੜ ਜਾਣਗੇ। ਜਿੰਨੀ ਕੁ ਪਹਿਲਾਂ ਸੀ ਉਨੀ ਕੁ ਬਾਅਦ 'ਚ ਰਹਿ ਗਈ ਤਾਂ ਕੋਈ ਫਰਕ ਨਹੀਂ ਪਏਗਾ ਸੋਲੂਸ਼ਨ ਦੇ ਵਿੱਚ। ਉਹ ਸੋਲੂਸ਼ਨ ਆਈਡੀਅਲੀ ਬਿਹੇਵ ਕਰੂਗਾ ਔਰ ਉਹ ਰਾਊਟਸ ਲਾ ਨੂੰ ਪੂਰੀ ਤਰ੍ਹਾਂ ਰਜੇ ਫੋਲੋ ਕਰੇਗਾ। ਕਲੀਅਰ ਹੋ ਗਿਆ। ਉਸ ਕੇਸ ਦੇ ਵਿੱਚ PA P0 XA ਦੇ ਬਰਾਬਰ ਵੀ ਆਊਗਾ, PB ਜਿਹੜੀ ਆ P0B XB ਦੇ ਬਰਾਬਰ ਵੀ ਆਏਗੀ। ਹੁਣ ਇੱਦਾਂ ਦੇ ਸੋਲੂਸ਼ਨ, ਹੁਣ ਆਪਾਂ ਨੂੰ ਕਲੀਅਰ ਹੋ ਗਿਆ ਵੀ ਇਹ ਸੋਲੂਸ਼ਨ ਬਣਾਉਣ ਦੇ ਲਈ ਆਪਾਂ ਨੂੰ ਦੋ ਕੰਪੋਨੈਂਟ ਇੱਦਾਂ ਦੇ ਚਾਹੀਦੇ ਆ ਜਿਹੜੇ ਹਰ ਪੱਖੋਂ ਸੇਮ ਹੋਣਗੇ। ਜਦੋਂ ਤੁਸੀਂ ਹਰ ਪੱਖੋਂ ਕਹੋਗੇ ਤਾਂ ਸਟਰਕਚਰ, ਪ੍ਰੋਪਰਟੀਜ਼ ਦੇ ਨਾਲ ਨਾਲ ਤੁਸੀਂ ਇਹਨਾਂ ਦੀਆਂ ਫੋਰਸਿਸ ਨੂੰ ਜ਼ਰੂਰ ਕਹੋਗੇ ਵੀ ਉਹ ਵੀ ਸੇਮ ਮੈਗਨੀਚਿਊਡ ਦੀਆਂ ਹੋਣੀਆਂ ਚਾਹੀਦੀਆਂ, ਸੇਮ ਮਾਤਰਾ ਦੀਆਂ ਹੋਣੀਆਂ ਚਾਹੀਦੀਆਂ ਤਾਂ ਕਿ ਸੋਲੂਸ਼ਨ ਆਈਡੀਅਲੀ ਬਿਹੇਵ ਕਰ ਸਕੇ। ਹੁਣ ਆ ਜਾਂਦਾ ਰਾਜੇ ਕਿ ਆਈਡੀਅਲ ਸੋਲੂਸ਼ਨ ਦੇ ਕੁਝ ਕਰੈਕਟਰ ਹੁੰਦੇ ਆ, ਕੁਝ ਨਿਸ਼ਾਨੀਆਂ ਹੁੰਦੀਆਂ ਆ। ਇੱਕ ਤਾਂ ਇਹ ਨਿਸ਼ਾਨੀ ਹੋਏਗੀ ਵੀ ਜਦੋਂ ਵੀ ਸੋਲੂਸ਼ਨ ਆਈਡੀਅਲ ਹੋਏਗਾ ਉਹਦੇ ਵਿੱਚ ਹੀਟ ਚੇਂਜ ਔਨ ਮਿਕਸਿੰਗ 0 ਹੋਏਗੀ। ਯਾਨੀ ਆਪਾਂ ਨੂੰ ਇੱਦਾਂ ਲਿਖਦੇ ਆ ਰਾਜੇ, ਹੀਟ ਚੇਂਜ ਨੂੰ ΔH ਪੈਰ 'ਚ ਆਪਾਂ ਮਿਕਸ ਪਾ ਦਿੰਦੇ ਆ, ਇਟ ਵਿਲ ਬੀ ਇਕੁਅਲ ਟੂ 0। ਇੱਕ ਤਾਂ ਇਹ ਗੁਣ ਹੋਏਗਾ। ਹੁਣ ਇਹਦਾ ਕੀ ਮਤਲਬ ਆ?
ਇਹਦਾ ਮਤਲਬ ਇਹ ਹੋਇਆ ਕਿ ਜਦੋਂ ਆਪਾਂ ਦੋ ਸੋਲੂਸ਼ਨ ਨੂੰ ਮਿਕਸ ਕਰਾਂਗੇ, ਕੰਪੋਨੈਂਟ ਨੂੰ ਮਿਕਸ ਕਰਾਂਗੇ, ਏ ਤੇ ਬੀ ਨੂੰ ਮਿਲਾਵਾਂਗੇ, ਉਹਦੇ 'ਚ ਕੋਈ ਹੀਟ ਚੇਂਜ ਨਜ਼ਰ ਨਹੀਂ ਆਏਗਾ। ਜਿੱਦਾਂ ਦਾ ਪਹਿਲਾਂ ਸੀ ਇਕੱਲਾ ਇਕੱਲਾ ਕੰਪੋਨੈਂਟ, ਉੱਦਾਂ ਦਾ ਹੀ ਮਿਕਸ ਹੋਣ ਤੋਂ ਬਾਅਦ ਨਜ਼ਰ ਆਊਗਾ। ਹੁਣ ਆਪਾਂ ਸੋਚਣਾ ਆ ਕਿ ਹੀਟ ਚੇਂਜ ਕੀ ਹੋਏਗੀ ਆਫਟਰ ਮਿਕਸਿੰਗ, ਕੀ ਰਹੇਗੀ 0, ਯਾਨੀ ਪਹਿਲਾਂ ਤੇ ਬਾਅਦ 'ਚ। ਪਹਿਲਾਂ ਇਕੱਲਾ ਇਕੱਲਾ ਕੰਪੋਨੈਂਟ ਸਮਝ ਲਓ, ਆ ਏ ਹੋ ਗਿਆ, ਆ ਬੀ ਹੋ ਗਿਆ, ਠੀਕ ਹੈ। ਇਹ ਫਿਰ ਆਪਾਂ ਇਹਨਾਂ ਦੋਨੋਂ ਨੂੰ ਮਿਕਸ ਕਰਤਾ ਤਾਂ ਇਹਨਾਂ ਦੇ ਵਿੱਚ ਕੋਈ ਚੇਂਜ ਹੀਟ 'ਚ ਨਹੀਂ ਆਏਗਾ। ਹੁਣ ਕਾਰਨ ਕੀ ਹੈ ਰਾਜੇ, ਹੀਟ ਚੇਂਜ ਕਿਉਂ ਨਹੀਂ ਆਇਆ? ਇਸ ਕਰਕੇ ਨਹੀਂ ਆਇਆ, ਹੀਟ ਕਾਹਦੇ ਲਈ ਚਾਹੀਦੀ ਹੁੰਦੀ ਹੈ? ਕੁਛ ਸਟਰੋਂਗ ਫੋਰਸਿਸ ਨੂੰ ਤੋੜਨ ਲਈ, ਜਾਂ ਹੀਟ ਰਿਲੀਜ਼ ਹੁੰਦੀ ਜਦੋਂ ਨਵੀਂ ਫੋਰਸਿਸ ਬਣਦੀਆਂ। ਪਰ ਇਹਦੇ 'ਚ ਆਪਾਂ ਪਹਿਲਾਂ ਹੀ ਇਹ ਗੱਲ ਕਹਿਤੀ ਕਿ ਇਹਨਾਂ 'ਚ ਫੋਰਸਿਸ ਦਾ ਮੈਗਨੀਚਿਊਡ ਕੀ ਹੈ ਰਾਜੇ, ਸੇਮ ਆ। ਜਿਹੜੇ ਏ ਜੁੜੇ ਹੋਏ ਆ ਇਹਨਾਂ ਨੇ ਟੁੱਟਣਾ ਆ, ਬੀ ਜੁੜੇ ਹੋਏ ਇਹਨਾਂ ਨੇ ਟੁੱਟਣਾ, ਫਿਰ ਏ ਬੀ ਨੇ ਨਵੇਂ ਬਣਨਾ। ਪਰ ਕਿਉਂਕਿ ਮੈਗਨੀਚਿਊਡ ਇਹਨਾਂ ਦਾ ਫੋਰਸਿਸ ਦਾ ਸੇਮ ਆ, ਸੇਮ ਲੈਵਲ ਦੀਆਂ, ਸੇਮ ਟਾਈਪ ਦੀਆਂ ਫੋਰਸਿਸ ਹੈ, ਇਸ ਕਰਕੇ ਇਹਨਾਂ ਦੇ ਵਿੱਚ ਆਪਾਂ ਨੂੰ ਕੋਈ ਹੀਟ ਐਕਸਟਰਾ ਦੀ ਲੋੜ ਨਹੀਂ ਪੈਂਦੀ, ਕੋਈ ਹੀਟ ਚੇਂਜ ਆਪਾਂ ਨੂੰ ਮਿਕਸਿੰਗ ਤੋਂ ਬਾਅਦ ਨਜ਼ਰ ਨਹੀਂ ਆਉਂਦਾ। ਸੋ ਆਈਡੀਅਲ ਸੋਲੂਸ਼ਨ 'ਚ ਹਮੇਸ਼ਾ ਡੈਲਟਾ ਐਚ ਜਿਹੜਾ ਹੋਏਗਾ ਉਹ ਤੁਹਾਨੂੰ 0 ਨਜ਼ਰ ਆਏਗਾ। ਐਸੇ ਤਰ੍ਹਾਂ ਰਾਜੇ ਦੂਜੀ ਪ੍ਰੋਪਰਟੀ ਹੈ 'ਚ ਵੋਲਿਊਮ ਚੇਂਜ। ਇਹਦੇ ਵਿੱਚ ਡੈਲਟਾ ਵੀ ਮਿਕਸ ਵੀ ਕੀ ਰਹੇਗਾ, 0, ਯਾਨੀ ਜਦੋਂ ਆਪਾਂ ਮਿਕਸਿੰਗ ਕਰਾਂਗੇ ਤਾਂ ਵੋਲਿਊਮ ਦੇ ਵਿੱਚ ਵੀ ਤੁਹਾਨੂੰ ਕੋਈ ਚੇਂਜ ਨਜ਼ਰ ਨਹੀਂ ਆਏਗਾ। ਹੁਣ ਕਿਉਂ ਨਹੀਂ ਨਜ਼ਰ ਆਏਗਾ? ਹੁਣ ਵੋਲਿਊਮ ਵੀ ਆਪਣਾ ਚੇਂਜ ਰਾਜੇ ਨਹੀਂ ਹੋਣਾ ਹੈਗਾ, ਕਿਉਂਕਿ ਆਪਣੇ ਕੋਲ ਸਾਰਾ ਕੁਝ ਤਾਂ ਆਪਾਂ ਸੇਮ ਸਾਈਜ਼ ਦਾ ਲੈ ਲਿਆ, ਕੰਪੋਨੈਂਟ ਏ ਵੀ ਸੇਮ ਸਾਈਜ਼ ਦਾ, ਬੀ ਵੀ ਸੇਮ ਸਾਈਜ਼ ਦਾ ਲੈ ਲਿਆ। ਚਾਹੇ ਹੁਣ ਆਪਾਂ ਦੋਨੇ ਇਕੱਲੇ ਇਕੱਲੇ ਪਹਿਲਾਂ ਆਪਾਂ ਲੈ ਲਏ ਹੈ ਨਾ, ਦੋਨਾਂ ਦਾ ਵੋਲਿਊਮ ਦੇਖ ਲਿਆ, ਫਿਰ ਦੋਨੋਂ ਮਿਕਸ ਕਰਤੇ ਤਾਂ ਵੋਲਿਊਮ ਡਬਲ ਹੋ ਗਿਆ। ਸੋ ਕਹਿਣ ਦਾ ਮਤਲਬ ਕੋਈ ਨਵੀਂ ਫੋਰਸ ਨਹੀਂ ਪੈਦਾ ਹੋਈ। ਹੁਣ ਵੋਲਿਊਮ ਘੱਟ ਵੱਧ ਕਦੋਂ ਹੋਣਾ ਸੀ? ਮੰਨ ਲਓ ਜੁੜ ਜਾਂਦੇ ਆਪਸ ਦੇ ਵਿੱਚ ਜ਼ਿਆਦਾ ਸਟਰੋਂਗਲੀ ਤਾਂ ਵੋਲਿਊਮ ਘੱਟ ਜਾਣਾ ਸੀ, ਹੈ ਨਾ। ਹੁਣ ਤਾਂ ਫੋਰਸਿਸ ਸੇਮ ਹੈਗੀਆਂ, ਇਸ ਲਈ ਜੋ ਵੋਲਿਊਮ ਪਹਿਲਾਂ ਸੀਗਾ ਇਕੱਲੇ ਇਕੱਲੇ ਦਾ, ਮਿਕਸਿੰਗ ਤੋਂ ਬਾਅਦ ਉਨਾ ਹੀ ਨਜ਼ਰ ਆਊ। ਜਿੱਦਾਂ 100 ਪਹਿਲਾਂ ਏ ਕੰਪੋਨੈਂਟ ਦਾ ਵੋਲਿਊਮ ਸੀ, 100 ਬੀ ਦਾ, ਮਿਕਸ ਕਰਨ ਤੋਂ ਬਾਅਦ ਕਿੰਨਾ ਨਜ਼ਰ ਆਊਗਾ, 200 ਨਜ਼ਰ ਆਊਗਾ। ਇਸ ਤੋਂ ਜ਼ਿਆਦਾ ਚੇਂਜ ਨਜ਼ਰ ਨਹੀਂ ਆਏਗੀ। ਸੋ ਵੋਲਿਊਮ ਦੇ ਵਿੱਚ ਆਪਾਂ ਨੂੰ ਮਿਕਸਿੰਗ ਤੋਂ ਬਾਅਦ ਕੋਈ ਚੀਜ਼ ਨਜ਼ਰ ਨਹੀਂ ਆਏਗੀ ਚੇਂਜ, ਕਿਉਂਕਿ ਇਹਨਾਂ ਦਾ ਵੋਲਿਊਮ ਕੀ ਰਹੇਗਾ, ਸੇਮ ਰਹੇਗਾ, ਕਿਉਂਕਿ ਇਹਨਾਂ ਦਾ ਸਾਈਜ਼ ਸੇਮ ਹੈ, ਇਹਨਾਂ 'ਚ ਫੋਰਸਿਸ ਸੇਮ ਹੈ, ਇਹਨਾਂ 'ਚ ਕੋਈ ਚੇਂਜ ਨਜ਼ਰ ਨਹੀਂ ਆਏਗੀ। ਸੋ ਇੱਦਾਂ ਦੇ ਸੋਲੂਸ਼ਨ ਤੁਹਾਡੇ ਕੋਲ ਕਿਹੜੇ ਬਣਨਗੇ, ਆਈਡੀਅਲ। ਉਹਦੀਆਂ ਐਗਜ਼ਾਮਪਲਸ ਹੈ ਬੈਂਜ਼ੀਨ ਐਂਡ ਟੋਲੂਇਨ, ਬੁੱਕ 'ਚ ਐਗਜ਼ਾਮਪਲਸ ਦਿੱਤੀਆਂ, ਆਪਾਂ ਉਹ ਸਟੱਡੀ ਕਰ ਸਕਦੇ ਹਾਂ, ਯਾਦ ਰੱਖ ਸਕਦੇ ਹਾਂ। ਹੈਕਸੇਨ ਤੇ ਹੈਪਟੇਨ ਦਾ ਇੱਦਾਂ ਦਾ ਸੋਲੂਸ਼ਨ ਬਣਦਾ, ਬ੍ਰੋਮੋ ਇਥੇਨ, ਆਈਡੋ ਇਥੇਨ ਦਾ ਬਣਦਾ। ਸੋ ਐਗਜ਼ਾਮਪਲਸ ਹੈਗੀਆਂ। ਉਸ ਤੋਂ ਬਾਅਦ ਅਸੀਂ ਦੂਸਰੇ ਸੋਲੂਸ਼ਨ ਤੇ ਆਉਂਦੇ ਹਾਂ ਰਾਜੇ, ਨੋਨ ਆਈਡੀਅਲ ਸੋਲੂਸ਼ਨ। ਹੁਣ ਜੇ ਤੁਹਾਨੂੰ ਆਈਡੀਅਲ ਸਮਝ ਆ ਗਿਆ ਨਾ, ਫਿਰ ਨੋਨ ਆਈਡੀਅਲ ਨੂੰ ਸਮਝਣਾ ਬਹੁਤ ਸੌਖਾ ਹੈ, ਠੀਕ ਹੈ। ਨੋਨ ਆਈਡੀਅਲ ਸੋਲੂਸ਼ਨ ਕਿਹੜਾ ਸੋਲੂਸ਼ਨ ਹੋਏਗਾ? ਹੁਣ ਇਹ ਤਾਂ ਸਾਨੂੰ ਬਹੁਤ ਹੀ ਕਲੀਅਰ ਹੋ ਗਿਆ ਵੀ ਜਿਹੜਾ ਸੋਲੂਸ਼ਨ ਰਾਊਟਸ ਲਾ ਨੂੰ ਫੋਲੋ ਨਹੀਂ ਕਰੂਗਾ, ਓਬੇ ਨਹੀਂ ਕਰੂਗਾ, ਉਹਦੀ ਪਾਲਣਾ ਨਹੀਂ ਕਰੂਗਾ ਪੂਰੀ ਕੰਸਨਟ੍ਰੇਸ਼ਨ ਦੇ ਵਿੱਚ, ਹੈ ਨਾ, ਤਾਂ ਉਸ ਸੋਲੂਸ਼ਨ ਦਾ ਨਾਂ ਕੀ ਹੋਏਗਾ ਰਾਜੇ, ਨੋਨ ਆਈਡੀਅਲ ਸੋਲੂਸ਼ਨ। ਇਹਦਾ ਮਤਲਬ ਆਈਡੀਅਲ ਨਹੀਂ ਹੈਗਾ। ਕਹਿਣ ਦਾ ਮਤਲਬ ਉਸ ਕੇਸ 'ਚ ਕੀ ਹੋਊਗਾ, ਹੁਣ ਰਾਊਟਸ ਲਾ ਇਹ ਕਹਿੰਦਾ ਸੀ PA ਬਰਾਬਰ P0A ਗੁਣਾ XA, PB ਬਰਾਬਰ P0B ਗੁਣਾ XB। ਪਰ ਹੁਣ ਇਸ ਕੇਸ ਦੇ ਵਿੱਚ ਆਪਣੇ ਕੋਲ ਕੀ, ਇੱਥੇ ਨੋਟ ਪਾ ਦਾਂਗੇ। ਨੋਟ ਦਾ ਮਤਲਬ ਹੁਣ PA ਇਹਦੇ ਬਰਾਬਰ ਨਹੀਂ ਆਊਗਾ, PB ਵੀ ਇਹਦੇ ਬਰਾਬਰ ਨਹੀਂ ਆਊਗਾ, ਜਾਂ ਤਾਂ ਇਹ ਇਹਦੇ ਨਾਲੋਂ ਘਟੂਗਾ ਜਾਂ ਇਹਦੇ ਨਾਲੋਂ ਵਧੂਗਾ। ਸੋ ਦੋ ਕੰਡੀਸ਼ਨਸ ਹੋ ਸਕਦੀਆਂ। ਕਹਿਣ ਦਾ ਮਤਲਬ ਨੋਨ ਆਈਡੀਅਲ ਸੋਲੂਸ਼ਨ ਦੇ ਕੇਸ ਦੇ ਵਿੱਚ ਰਾਊਟਸ ਲਾ ਫੋਲੋ ਨਹੀਂ ਹੋਏਗਾ। ਹੁਣ ਪ੍ਰੋਬਲਮ ਆਉਂਦੀ ਹੈ ਵੀ ਨੋਨ ਆਈਡੀਅਲ ਦੇ ਕੇਸ ਦੇ ਵਿੱਚ ਇੱਦਾਂ ਕਿਉਂ ਹੋ ਗਿਆ? ਹੁਣ ਨੋਨ ਆਈਡੀਅਲ ਦੇ ਕੇਸ ਦੇ ਵਿੱਚ ਇੱਦਾਂ ਇਸ ਲਈ ਹੋ ਗਿਆ ਕਿ ਆਪਾਂ ਦੋ ਕੰਪੋਨੈਂਟ ਜਿਹੜੇ ਲਏ ਆ ਇਸ ਵਕਤ, ਉਹ ਸੇਮ ਸਾਈਜ਼, ਸੇਮ ਸਟਰਕਚਰ ਔਰ ਸੇਮ ਉਹਨਾਂ 'ਚ ਫੋਰਸਿਸ ਨਹੀਂ ਹੈਗੀਆਂ, ਸੇਮ ਮੈਗਨੀਚਿਊਡ ਦੀਆਂ ਫੋਰਸਿਸ ਨਹੀਂ ਹੈਗੀਆਂ। ਇਹਦਾ ਮਤਲਬ ਉਹਨਾਂ 'ਚ ਫੋਰਸਿਸ ਚੇਂਜ ਹੋ ਗਈਆਂ, ਜਿਹਦਾ ਇਫੈਕਟ ਇਹ ਪਿਆ ਵੀ ਹੁਣ ਸੋਲੂਸ਼ਨ ਆਈਡੀਅਲ ਨਹੀਂ ਰਿਹਾ, ਉਹਦਾ ਵਰਤਾਓ ਚੇਂਜ ਹੋ ਗਿਆ। ਹੁਣ ਤੁਸੀਂ ਕਹੋਗੇ ਫੋਰਸਿਸ ਦਾ ਮਤਲਬ ਏ 'ਚ ਫੋਰਸ ਹੋਊਗੀ, ਬੀ 'ਚ ਹੋਊਗੀ, ਜਦੋਂ ਮਿਕਸ ਕਰਾਂਗੇ ਤਾਂ ਏ 'ਚ ਬਣੂਗੀ। ਆ ਤਿੰਨੇ ਟਾਈਪ ਦੀਆਂ ਫੋਰਸਿਸ ਦਾ ਮੈਗਨੀਚਿਊਡ ਸੇਮ ਨਹੀਂ ਹੈਗਾ। ਹੋ ਸਕਦਾ ਇਹ ਦੋਨੋਂ ਸਟਰੋਂਗ ਹੋਣ ਪਰ ਮਿਕਸ ਹੋਣ ਤੋਂ ਬਾਅਦ ਵੀਕ ਹੋ ਗਈ ਹੋਵੇ, ਹੋ ਸਕਦਾ ਪਹਿਲਾਂ ਇਹ ਵੀਕ ਹੋਣ, ਮਿਕਸ ਹੋਣ ਤੋਂ ਬਾਅਦ ਸਟਰੋਂਗ ਬਣ ਗਈ ਹੋਵੇ। ਯਾਨੀ ਫੋਰਸਿਸ ਦਾ ਮੈਗਨੀਚਿਊਡ ਜਦੋਂ ਚੇਂਜ ਹੋ ਗਿਆ, ਅਗਰ ਸੇਮ ਲੈਵਲ ਦੀਆਂ ਨਾ ਹੋਈਆਂ, ਉਸ ਕੇਸ ਦੇ ਵਿੱਚ ਕਦੇ ਵੀ ਰਾਊਟਸ ਲਾ ਫੋਲੋ ਨਹੀਂ ਹੋ ਸਕਦਾ। ਸੋ ਇਹ ਸੋਲੂਸ਼ਨ ਕੀ ਬਣ ਜਾਏਗਾ ਰਾਜੇ, ਨੋਨ ਆਈਡੀਅਲ ਬਣ ਜਾਏਗਾ। ਔਰ ਇਸ ਦੇ ਦੋ ਕਰੈਕਟਰ ਆਪਣੇ ਕੋਲ ਇਹ ਆਣਗੇ ਵੀ ਇਸ ਕੇਸ 'ਚ ਦੋਨੋਂ ਚੀਜ਼ਾਂ ਚੇਂਜ ਹੋ ਜਾਣਗੀਆਂ। ਹੁਣ ਡੈਲਟਾ H ਜਿਹੜੀ ਹੋਏਗੀ ਨਾ ਆਫਟਰ ਮਿਕਸਿੰਗ, ਹੁਣ 0 ਨਹੀਂ ਹੋਏਗੀ, ਆਫਟਰ ਮਿਕਸਿੰਗ ਵਿਲ ਨਾਟ ਬੀ ਇਕੁਅਲ ਟੂ 0, ਇਹ ਚੇਂਜ ਹੋਏਗੀ, ਜਾਂ ਤਾਂ ਇਹ ਪੋਜ਼ਿਟਿਵ ਹੋਏਗੀ ਜਾਂ ਇਹ ਨੈਗੇਟਿਵ। ਇਸੇ ਤਰ੍ਹਾਂ ਜਿਹੜੀ ਡੈਲਟਾ ਵੀ ਹੋਏਗੀ, ਵੋਲਿਊਮ ਚੇਂਜ ਆਪਾਂ ਕਿਹਾ ਸੀਗਾ, ਉਹ ਵੀ ਨਾਟ ਇਕੁਅਲ ਟੂ ਕੀ ਆ ਜਾਏਗਾ, 0। ਇਹਦਾ ਮਤਲਬ ਹੁਣ ਵੋਲਿਊਮ ਵੀ ਚੇਂਜ ਹੋਣ ਦੇ ਚਾਂਸਿਸ ਹੋ ਜਾਣਗੇ। ਇਹ ਆਪਾਂ ਡਿਟੇਲ 'ਚ ਕਰਾਂਗੇ ਵੀ ਕਿਹੜੇ ਕੇਸ ਦੇ ਵਿੱਚ ਜਿਹੜੀ ਇਹ ਚੀਜ਼ ਚੇਂਜ ਹੋਏਗੀ। ਇਹਨੂੰ ਦੋ ਟਾਈਪਸ ਦਾ ਬਣਾ ਕੇ ਪੜਾਂਗੇ। ਫਿਲਹਾਲ ਆਪਾਂ ਇਹ ਦੇਖਣਾ ਵੀ ਨੋਨ ਆਈਡੀਅਲ ਸੋਲੂਸ਼ਨ ਕਿਹਨੂੰ ਕਹਿੰਦੇ ਆ ਔਰ ਇਹ ਕਦੋਂ ਬਣਦਾ। ਉਦੋਂ ਬਣੂਗਾ ਜਦੋਂ
ਕੰਪੋਨੈਂਟਸ ਦੇ ਵਿੱਚ ਫੋਰਸਿਸ ਦਾ ਮੈਗਨੀਟਿਊਡ ਸੇਮ ਨਹੀਂ ਰਹੇਗਾ। ਏ ਦੀ ਇੰਟਰੈਕਸ਼ਨ, ਬੀ ਦੀ ਇੰਟਰੈਕਸ਼ਨ ਤੇ ਏ ਬੀ ਦੀ ਇੰਟਰੈਕਸ਼ਨ ਇਹ ਸੇਮ ਨਹੀਂ ਹੈਗੀ। ਇਹਨੂੰ ਕਹਿੰਦੇ ਆ ਇੰਟਰਮੋਲੀਕੂਲਰ ਫੋਰਸਿਸ। ਇਹ ਸੇਮ ਮੈਗਨੀਟਿਊਡ ਦੀਆਂ ਨਾ ਹੋਣ ਕਰਕੇ ਪ੍ਰੋਬਲਮਸ ਆ ਜਾਂਦੀਆਂ। ਉਸ ਵਜ੍ਹਾ ਦੇ ਨਾਲ ਸੋਲੂਸ਼ਨ ਜਿਹੜਾ ਹੈਗਾ ਆਪਣਾ ਨੋਨ ਆਈਡੀਅਲ ਬਿਹੇਵ ਹੁੰਦਾ ਤੇ ਉਹ ਰਾਊਟਸ ਲਾ ਨੂੰ ਫੋਲੋ ਨਹੀਂ ਕਰ ਪਾਉਂਦਾ। ਸੋ ਇਸ ਤੋਂ ਬਾਅਦ ਤੁਸੀਂ ਇਸ ਕੁਐਸਚਨ ਦਾ ਡਿਫਰੈਂਸ ਤਿਆਰ ਕਰ ਲੈਣਾ ਆਈਡੀਅਲ ਤੇ ਨੋਨ ਆਈਡੀਅਲ ਦਾ। ਉਸ ਤੋਂ ਬਾਅਦ ਹੁਣ ਮੈਂ ਤੁਹਾਨੂੰ ਦੱਸੂਗੀ ਵੀ ਜਿਹੜੇ ਨੋਨ ਆਈਡੀਅਲ ਸੋਲੂਸ਼ਨ ਹੈਗੇ ਆ ਇਹ ਦੋ ਤਰ੍ਹਾਂ ਦੇ ਹੈਗੇ ਆ, ਜਿਹੜੇ ਕਿ ਰਾਊਟਸ ਲਾ ਨੂੰ ਫੋਲੋ ਨਹੀਂ ਕਰਦੇ ਔਰ ਦੋ ਕਿਹੜੇ ਕਿਹੜੇ ਬਣਦੇ ਆ। ਠੀਕ ਹੈ, ਆਪਾਂ ਇੱਕੋ ਹੀ ਗ੍ਰਾਫ 'ਚ ਦੋਨਾਂ ਨੂੰ ਸਟੱਡੀ ਕਰ ਲੈਣਾ। ਤੁਹਾਨੂੰ ਮੈਂ ਗ੍ਰਾਫਿਕਲੀ ਸਮਝਾਉਂਗੀ, 1 ਸਕਿੰਟ ਦੇ ਵਿੱਚ ਇਹ ਚੀਜ਼ ਸਮਝ ਆ ਜਾਏਗੀ, ਬਹੁਤ ਕਲੀਅਰਲੀ ਪਤਾ ਲੱਗ ਜਾਏਗਾ। ਦੇਖੋ ਕੱਲ ਆਪਾਂ ਗ੍ਰਾਫ ਰਾਜੇ ਡਰਾ ਕੀਤਾ ਸੀਗਾ, ਤੁਹਾਨੂੰ ਚੇਤੇ ਹੋਇਆ ਤਾਂ ਤੁਸੀਂ ਮੇਰੇ ਨਾਲ ਬਣਾ ਸਕਦੇ ਆ। ਤੁਹਾਨੂੰ ਯਾਦ ਆ ਆਪਾਂ ਇੱਦਾਂ ਦਾ ਬਣਾਇਆ ਸੀ ਔਰ ਮੈਂ ਤੁਹਾਨੂੰ ਕਿਹਾ ਸੀ ਇੱਥੇ XA ਮੋਲ ਫ੍ਰੈਕਸ਼ਨ ਲਵਾਂਗੇ 1, B ਦੀ ਅਸੀਂ ਕੀ ਲਵਾਂਗੇ 0, ਇੱਧਰ ਅਸੀਂ XA ਨੂੰ 0 ਕਰ ਲਾਂਗੇ, B ਦੀ ਵੈਲਿਊ ਕਿੰਨੀ ਲਿਖਾਂਗੇ 1। ਇੱਥੇ ਆਪਾਂ ਵੇਪਰ ਪ੍ਰੈਸ਼ਰ ਲਵਾਂਗੇ ਜਿਹੜਾ ਪਿਓਰ A ਦਾ ਆਏਗਾ, ਇੱਥੇ ਲਵਾਂਗੇ ਜਿਹੜਾ ਪਿਓਰ B ਦਾ ਆਏਗਾ ਔਰ ਫਿਰ ਆਪਾਂ ਇਹਨੂੰ ਡੋਟਡ ਲਾਈਨਸ ਦੇ ਨਾਲ ਇਹਨੂੰ ਕੰਪਲੀਟ ਕਰਾਂਗੇ ਗ੍ਰਾਫ ਨੂੰ। ਯਾਦ ਹੈ ਤੁਹਾਡੇ, ਇੱਧਰ ਆਪਾਂ ਵਧਾਵਾਂਗੇ, ਇੱਕ ਘਟ ਗਿਆ ਇੱਕ ਵੱਧ ਗਿਆ, ਫਿਰ ਆਪਾਂ ਇਹਨਾਂ ਦੋਨੋਂ ਲਾਈਨਸ ਨੂੰ ਕੀ ਕਰਾਂਗੇ ਮਿਲਾਵਾਂਗੇ। ਕੱਲ੍ਹ ਆਪਾਂ ਗ੍ਰਾਫ ਬਣਾਇਆ ਸੀ। ਸੋ ਆਹ ਲਾਈਨ ਤੁਹਾਡੀ PA ਦਿਖਾਊਗੀ, ਆਹ ਲਾਈਨ ਤੁਹਾਡੀ PB ਦਿਖਾਊਗੀ, ਆਹ ਟੋਟਲ ਜਿਹੜਾ ਸੋਲੂਸ਼ਨ ਦਾ ਪ੍ਰੈਸ਼ਰ ਹੋਏਗਾ ਜਿਹੜਾ PA + PB ਦੇ ਬਰਾਬਰ ਆਏਗਾ। ਠੀਕ ਹੈ, ਇਹਨੂੰ ਅਸੀਂ ਲਿਖ ਸਕਦੇ ਹਾਂ P = PA + PB। ਹੋ ਗਿਆ ਕਲੀਅਰ। ਹੁਣ ਜਿਹੜੇ ਇਹ ਤਾਂ ਹੈਗਾ ਰਾਊਟਸ ਲਾ ਨੂੰ, ਜਿਹੜੇ ਆਈਡੀਅਲ ਸੋਲੂਸ਼ਨ ਆ ਉਹਨਾਂ 'ਚ ਗ੍ਰਾਫ ਇੱਦਾਂ ਦਾ ਬਣਦਾ, ਪਰ ਜਿਹੜੇ ਨੋਨ ਆਈਡੀਅਲ ਆਪਾਂ ਹੁਣ ਉਹ ਪੜ੍ਹਨ ਲੱਗੇ ਹਾਂ। ਆਈਡੀਅਲ ਤਾਂ ਪਤਾ ਲੱਗ ਗਿਆ ਆਪਾਂ ਨੂੰ। ਨੋਨ ਆਈਡੀਅਲ ਸੋਲੂਸ਼ਨ ਦੋ ਤਰ੍ਹਾਂ ਦੇ ਬਣਦੇ ਆ। ਇੱਕ ਤਾਂ ਸੋਲੂਸ਼ਨ ਹੋਣਗੇ ਜਿਹੜੇ ਪੋਜ਼ਿਟਿਵ ਡੈਵੀਏਸ਼ਨ ਸ਼ੋ ਕਰਨਗੇ ਫਰੋਮ ਰਾਊਟਸ ਲਾ, ਇੱਕ ਹੋਣਗੇ ਨੋਨ ਆਈਡੀਅਲ ਜਿਹੜੇ ਨੈਗੇਟਿਵ ਡੈਵੀਏਸ਼ਨ ਸ਼ੋ ਕਰਨਗੇ। ਕਹਿਣ ਦਾ ਮਤਲਬ ਗ੍ਰਾਫ ਦੇ ਵਿੱਚ ਜਿਹੜੇ ਨੋਨ ਆਈਡੀਅਲ ਸੋਲੂਸ਼ਨ ਹੈ ਉਹ ਇਹਦੇ ਨਾਲੋਂ ਚੇਂਜ ਸ਼ੋ ਕਰਨਗੇ ਕਿਉਂਕਿ ਉਹਨਾਂ ਦੇ ਵਿੱਚ ਰਾਊਟਸ ਲਾ ਪੂਰਾ ਫੋਲੋ ਨਹੀਂ ਹੋਏਗਾ। ਗ੍ਰਾਫ ਰਾਜੇ ਪਹਿਲਾ ਸੋਲੂਸ਼ਨ ਮੈਂ ਉਹ ਦੱਸਣ ਲੱਗੀ ਹਾਂ ਜਿਹੜੇ ਕੀ ਸ਼ੋ ਕਰਨਗੇ ਪੋਜ਼ਿਟਿਵ ਡੈਵੀਏਸ਼ਨ। ਠੀਕ ਹੈ, ਪੋਜ਼ਿਟਿਵ ਦੇ ਕੇਸ 'ਚ ਗ੍ਰਾਫ ਕਿੱਦਾਂ ਦਾ ਬਣੂਗਾ। ਪਹਿਲੀ ਗੱਲ ਜਿਹੜੀ ਆਪਾਂ ਆਹ ਡੋਟਡ ਲਾਈਨ ਬਣਾਈ ਹੈ, ਇਹ ਗ੍ਰਾਫ ਇੱਦਾਂ ਸਿੱਧੀ ਲਾਈਨ 'ਚ ਨਹੀਂ ਆਉਂਦਾ, ਇਹਦੇ ਉੱਪਰ ਦੀ ਲੰਘੂਗਾ ਇਹ ਇਸ ਤਰ੍ਹਾਂ ਗੋਲਾਈ ਦੇ ਵਿੱਚ। ਠੀਕ ਹੈ, ਆ ਵੀ ਗ੍ਰਾਫ ਉੱਪਰ ਦੀ ਲੰਘੂਗਾ ਗੋਲ, ਤੇ ਆ ਵੀ ਕੀ ਬਣ ਜਾਊਗਾ ਇੰਨਾ, ਯਾਨੀ ਕਿ ਪ੍ਰੈਸ਼ਰ ਇੰਨਾ ਚਾਹੀਦਾ ਸੀ ਪਰ ਸੋਲੂਸ਼ਨ ਦਾ ਵੇਪਰ ਪ੍ਰੈਸ਼ਰ ਇੰਨਾ ਸ਼ੋ ਹੋਏਗਾ। ਠੀਕ ਹੈ, ਗ੍ਰਾਫ ਮਤਲਬ ਉੱਪਰਲੀ ਕਰਵ ਸ਼ੋ ਕਰਾਂਗੇ। ਪੋਜ਼ਿਟਿਵ ਦਾ ਮਤਲਬ ਉੱਪਰ, ਨੈਗੇਟਿਵ ਦਾ ਮਤਲਬ ਆਪਾਂ ਨੀਚੇ ਕਰ ਦਾਂਗੇ। ਸੋ ਇਹ ਗ੍ਰਾਫ ਸਿੱਧੀ ਲਾਈਨ ਦੀ ਬਜਾਏ ਪੋਜ਼ਿਟਿਵ ਡੈਵੀਏਸ਼ਨ ਦਿਖਾਊਗਾ। ਡੈਵੀਏਸ਼ਨ ਮੈਨੇ ਚੇਂਜ। ਸੋ ਪੋਜ਼ਿਟਿਵ ਦਾ ਮਤਲਬ ਗ੍ਰਾਫ ਉੱਪਰੋਂ ਦੀ ਲੰਘੂਗਾ, ਇਹਦਾ ਉੱਪਰ ਨੂੰ ਗੋਲ, ਇਹਦਾ ਉੱਪਰ ਨੂੰ ਕਰਵ, ਇਹਦਾ ਵੀ ਉੱਪਰ ਨੂੰ ਬਣ ਗਿਆ। ਸੋ ਇਹ ਕਿਹੜੇ ਸੋਲੂਸ਼ਨ ਹੈ ਜਿਹੜੇ ਪੋਜ਼ਿਟਿਵ ਡੈਵੀਏਸ਼ਨ ਸ਼ੋ ਕਰ ਰਹੇ ਆ, ਇਹਨਾਂ 'ਚ ਕਿੱਦਾਂ ਦੀਆਂ ਇੰਟਰੈਕਸ਼ਨ ਹੋਣਗੀਆਂ ਹੁਣ ਬਹੁਤ ਕਲੀਅਰਲੀ ਪਤਾ ਲੱਗੂਗਾ ਆਪਾਂ ਨੂੰ। ਆਪਣੇ ਕੋਲ ਕੰਪੋਨੈਂਟ ਕਿੰਨੇ ਲਏ ਰਾਜੇ ਆਪਾਂ ਨੇ 2, A ਤੇ A ਦੇ ਵਿੱਚ ਇੰਟਰੈਕਸ਼ਨ, B ਤੇ B ਦੇ ਵਿੱਚ। ਜਦੋਂ ਤੁਸੀਂ ਮਿਕਸ ਕਰੋਗੇ ਤਾਂ ਕਿਹਦੇ 'ਚ ਆ ਜਾਏਗੀ AB। ਮੈਂ ਤਿੰਨਾਂ ਦੀ ਦੱਸੂਗੀ। ਇਸ ਕੇਸ 'ਚ ਕੀ ਹੋਇਆ, ਵੇਪਰ ਪ੍ਰੈਸ਼ਰ ਦੇਖੋ ਵੱਧ ਗਿਆ ਰਾਊਟਸ ਲਾ ਨਾਲੋਂ। ਰਾਊਟਸ ਲਾ ਦੇ ਮੁਤਾਬਿਕ ਇੱਥੇ ਚਾਹੀਦਾ ਸੀਗਾ ਪਰ ਆ ਕਿੱਥੇ ਰਿਹਾ ਆ, ਇਹਦੇ ਉੱਪਰ ਦੀ ਆ ਰਿਹਾ। ਇਹਦਾ ਮਤਲਬ ਇਸ ਕੇਸ 'ਚ ਵੇਪਰ ਪ੍ਰੈਸ਼ਰ ਵਧਿਆ ਆ, ਜਿੰਨਾ ਹੋਣਾ ਚਾਹੀਦਾ ਸੀ ਉਹ ਤੋਂ ਕੀ ਹੋ ਗਿਆ ਰਾਜੇ ਜ਼ਿਆਦਾ ਹੋ ਗਿਆ। ਇਹ ਜ਼ਿਆਦਾ ਕਦੋਂ ਹੋਊਗਾ, ਮੰਨ ਲਓ ਮੈਂ ਪਹਿਲਾਂ ਪਿਓਰ ਕੰਪੋਨੈਂਟ A ਲਿਆ, ਉਹ 'ਚ ਇੰਟਰੈਕਸ਼ਨ A ਹੈ ਜਿਹੜੀ ਇਹ ਸਟਰੋਂਗ ਆ। ਠੀਕ ਹੈ, ਇਹ ਬਹੁਤ ਸਟਰੋਂਗ ਫੋਰਸ ਨਾਲ ਜੁੜੇ ਹੋਏ ਸੀ। BB ਇੰਟਰੈਕਸ਼ਨ ਵੀ ਕੀ ਹੈ ਰਾਜੇ, ਇਹ ਵੀ ਬਹੁਤ ਸਟਰੋਂਗ ਸੀਗੀ, ਪਰ ਜਦੋਂ ਮੈਂ ਮਿਕਸ ਕੀਤਾ ਇਹਨਾਂ 'ਚ ਕੋਈ ਇੰਟਰੈਕਸ਼ਨ ਹੀ ਨਹੀਂ ਆਈ ਇੰਨੀ। ਇਹ ਇੰਟਰੈਕਸ਼ਨ ਕੀ ਆ ਗਈ ਆਪਣੇ ਕੋਲ ਵੀਕ। ਸੋ ਇੱਥੋਂ ਦੇਖੋ ਵੀ ਪਹਿਲੀਆਂ ਇੰਟਰੈਕਸ਼ਨ ਸਟਰੋਂਗ ਸੀਗੀਆਂ ਪਰ ਜਦੋਂ ਮਿਕਸ ਕੀਤਾ ਕੀ ਹੋ ਗਈ ਵੀਕ। ਜੇ ਮਿਕਸ ਕਰਕੇ ਸੋਲੂਸ਼ਨ 'ਚ ਆਪਾਂ ਪਾਇਆ, ਇੱਦਾਂ ਸੋਲੂਸ਼ਨ 'ਚ ਆਪਾਂ ਦੋਨੋਂ ਮਿਕਸ ਕੀਤੇ, ਇੰਟਰੈਕਸ਼ਨ ਵੀਕ ਹੋ ਗਈ। ਵੀਕ ਹੋਣ ਕਰਕੇ ਬਹੁਤ ਜ਼ਿਆਦਾ ਵੇਪਰਸ ਜਿਹੜੇ ਹੈਗੇ ਆ ਉਹ ਪ੍ਰੈਸ਼ਰ ਪੈਦਾ ਕਰਨਗੇ, ਯਾਨੀ ਬਹੁਤ ਸਾਰਾ ਲਿਕੁਇਡ ਜਿਹੜਾ ਉਹ ਕਾਹਦੇ 'ਚ ਕਨਵਰਟ ਕਰ ਜੂਗਾ ਰਾਜੇ, ਵੇਪਰਸ ਦੇ ਵਿੱਚ ਕਨਵਰਟ ਕਰ ਜੂਗਾ। ਠੀਕ ਹੈ, ਸੋ ਹੁਣ ਮੈਂ ਨਾ ਬ੍ਰੇਕ ਕਰਕੇ ਤੁਹਾਨੂੰ ਦੂਜਾ ਵੀਡੀਓ ਬਣਾਉਂਦੀ ਹਾਂ। ਬਾਹਰ ਬਾਰਿਸ਼ ਹੋਣ ਕਰਕੇ ਆਵਾਜ਼ ਬਹੁਤ ਤੇਜ਼ ਹੋ ਗਈ ਹੈ। ਹਾਂਜੀ ਰਾਜੇ, ਮੈਂ ਦੱਸ ਰਹੀ ਸੀਗੀ ਤੁਹਾਨੂੰ, ਡੋਰ ਬੰਦ ਕੀਤਾ, ਆਵਾਜ਼ ਬਹੁਤ ਆ ਰਹੀ ਸੀ ਬਾਹਰੋਂ। ਸੋ ਮੈਂ ਇਹ ਦੱਸ ਰਹੀ ਸੀ ਪੋਜ਼ਿਟਿਵ ਡੈਵੀਏਸ਼ਨ ਦੇ ਕੇਸ ਦੇ ਵਿੱਚ ਇੰਟਰੈਕਸ਼ਨ ਕਿੱਦਾਂ ਦੀਆਂ ਹੋਣਗੀਆਂ। ਆਪਾਂ ਇੰਟਰੈਕਸ਼ਨ ਸਿਰਫ 3 ਚੈੱਕ ਕਰਨੀ ਹੈ। ਇੱਕ ਕੰਪੋਨੈਂਟ AA ਦੀ ਆਪਸ 'ਚ, ਇੱਕ BB ਦੀ ਆਪਸ 'ਚ, ਇੱਕ AB ਦੀ ਆਫਟਰ ਮਿਕਸਿੰਗ ਚੈੱਕ ਕਰਨੀ ਤੁਸੀਂ। ਹੁਣ ਅਗਰ
ਮਿਲਾਉਣ ਤੋਂ ਪਹਿਲਾਂ ਫੋਰਸ ਸਟਰੋਂਗ ਸੀਗੀ, ਪਰ ਦੋਹਾਂ ਨੂੰ ਮਿਕਸ ਕਰਨ ਦੇ ਫੋਰਸ ਕੀ ਬਣ ਗਈ ਰਾਜੇ, ਵੀਕ ਹੋ ਗਈ। ਹੁਣ ਜੇ ਵੀਕ ਹੋ ਗਈ ਤਾਂ ਤੁਸੀਂ ਇਹ ਦੇਖੋ ਫਿਰ ਵੇਪਰ ਜ਼ਿਆਦਾ ਨਹੀਂ ਬਣ ਜਾਣਗੇ। ਜੇ ਫੋਰਸ ਵੀਕ ਹੋ ਗਈ, ਵੀਕ ਫੋਰਸ ਜਲਦੀ ਟੁੱਟ ਜੂਗੀ, ਜਲਦੀ ਟੁੱਟ ਕੇ ਉਨਾ ਹੀ ਜ਼ਿਆਦਾ ਲਿਕੁਇਡ ਕਾਹਦੇ 'ਚ ਕਨਵਰਟ ਕਰ ਜੂਗਾ, ਵੇਪਰਸ ਕਨਵਰਟ ਕਰ ਜੂਗਾ। ਜਿੰਨੇ ਵੇਪਰ ਜ਼ਿਆਦਾ ਬਣਨਗੇ ਉਨਾ ਪ੍ਰੈਸ਼ਰ ਜ਼ਿਆਦਾ ਹੋ ਜੂਗਾ। ਇਸੇ ਲਈ ਸੋਲੂਸ਼ਨ ਦਾ ਪ੍ਰੈਸ਼ਰ ਜਿਹੜਾ ਹੈ ਉਹ ਕੀ ਸ਼ੋ ਕਰ ਰਿਹਾ ਆਪਾਂ ਨੂੰ, ਇਨਕਰੀਜ਼ ਸ਼ੋ ਕਰ ਰਿਹਾ। ਇੰਟਰੈਕਸ਼ਨ ਦਾ ਅਸਰ ਹੋਇਆ ਕਿ ਬਾਅਦ ਦੀਆਂ ਇੰਟਰੈਕਸ਼ਨ ਕੀ ਹੋ ਗਈਆਂ, ਵੀਕ। ਅਗਰ ਤਾਂ ਸੇਮ ਰਹਿੰਦੀਆਂ ਫਿਰ ਤਾਂ ਲਾਈਨ ਸਿੱਧੀ ਆ ਜਾਣੀ ਸੀ। ਹੁਣ ਫੋਰਸਿਸ ਕੀ ਹੋ ਗਈਆਂ, ਚੇਂਜ ਹੋ ਗਈਆਂ, ਜਿਹਦੀ ਵਜ੍ਹਾ ਦੇ ਨਾਲ ਆਪਣਾ ਵੇਪਰ ਪ੍ਰੈਸ਼ਰ ਚੇਂਜ ਹੋ ਗਿਆ। ਉਹਦੇ ਕਰਕੇ ਹੁਣ ਰਿਜ਼ਲਟ ਇਹ ਨਿਕਲਿਆ ਵੀ ਰਾਊਟਸ ਲਾ ਦੇ ਮੁਤਾਬਿਕ ਇਹਦੇ ਬਰਾਬਰ ਹੋਣਾ ਚਾਹੀਦਾ ਸੀ, ਪਰ ਸਾਡਾ ਪ੍ਰੈਸ਼ਰ ਜਿਹੜਾ ਆਇਆ PA ਦਾ ਉਹ P0A ਗੁਣਾ XA ਦੇ ਨਾਲੋਂ ਤੁਹਾਨੂੰ ਜ਼ਿਆਦਾ ਆ ਗਿਆ। ਜ਼ਿਆਦਾ ਆਉਣ ਕਰਕੇ ਕਰਵ ਉੱਪਰੋਂ ਦੀ ਸ਼ੋ ਹੋਣਾ ਸ਼ੁਰੂ ਹੋ ਗਿਆ। ਐਸੇ ਤਰੀਕੇ ਤੁਹਾਡਾ PB ਵੀ ਆ ਜਿਹੜਾ ਉਹ P0B XB ਦੇ ਨਾਲੋਂ ਕੀ ਹੋ ਗਿਆ ਰਾਜੇ, ਜ਼ਿਆਦਾ ਹੋ ਗਿਆ। ਸੋ ਮੇਰੇ ਹਿਸਾਬ ਨਾਲ ਤੁਹਾਨੂੰ ਇਹ ਗੱਲ ਸਮਝ ਆ ਗਈ ਕਿ ਸੋਲੂਸ਼ਨ ਪੋਜ਼ਿਟਿਵ ਡੇਵੀਏਸ਼ਨ ਕਿੱਦਾਂ ਸ਼ੋ ਕਰਦੇ ਆ। ਹੁਣ ਮੈਂ ਇੱਕ ਐਗਜ਼ਾਮਪਲ ਦਿੰਦੀ ਤੁਹਾਨੂੰ। ਐਗਜ਼ਾਮਪਲ ਹੀ ਲੈਂਦੇ ਆਪਾਂ, ਕੋਈ ਦੋ ਕੰਪੋਨੈਂਟ ਆਪਾਂ ਲੈ ਕੇ ਦੇਖਦੇ ਹਾਂ, ਠੀਕ ਹੈ। ਫਿਰ ਆਪਾਂ ਨੂੰ ਇੰਟਰੈਕਸ਼ਨ ਬਾਰੇ ਪਤਾ ਲੱਗੂਗਾ, ਬਾਕੀ ਚੀਜ਼ਾਂ ਬਾਰੇ ਪਤਾ ਲੱਗੂਗਾ। ਹੁਣ ਮੰਨ ਲਓ ਮੈਂ ਤੁਹਾਨੂੰ ਇਥਾਈਲ ਅਲਕੋਹਲ, ਇਥੇਨੋਲ, ਠੀਕ ਹੈ, ਇੱਕ ਆ ਲੈ ਲਿਆ, ਇਹਦੇ ਨਾਲ ਮੈਂ ਐਡ ਕੀਤਾ ਸਾਈਕਲੋਹੈਕਸੇਨ। ਸਾਈਕਲੋਹੈਕਸੇਨ ਆਪਾਂ ਐਗਜ਼ਾਮਪਲ ਲੈਣ ਲੱਗੇ, ਇਹਨਾਂ ਦੋਨੋਂ ਨੂੰ ਤੁਸੀਂ ਮਿਕਸ ਕਰਨ ਲੱਗੇ ਆ। ਦੇਖੋ ਇਥੇਨੋਲ ਹੈ ਨਾ, ਜਿਹੜੀ ਅਲਕੋਹਲ ਆ, ਅਲਕੋਹਲ ਦੇ ਵਿੱਚ ਹਾਈਡਰੋਜਨ ਬੌਂਡਿੰਗ ਹੁੰਦੀ ਹੈ। ਇਹਦਾ ਮਤਲਬ ਇਹਦੀ ਇੰਟਰੈਕਸ਼ਨ ਪਹਿਲਾਂ ਹੀ ਸਟਰੋਂਗ ਬਣੀ ਹੋਈ ਆ। ਆਹ ਮੋਲੀਕੂਲ ਹੁੰਦਾ ਇਥੇਨੋਲ C2H5OH, ਫਿਰ ਇਹ O ਅਗਲੀ H ਨਾਲ ਜੁੜੀ ਹੋਈ ਹੈ, O ਅੱਗੇ ਹੈ C2, ਥੱਲੇ ਲਗਾ ਲੈਂਦੇ ਆਪਾਂ C2H5, ਠੀਕ ਹੈ। ਇੱਕ ਮੋਲੀਕੂਲ ਦੂਜੇ ਮੋਲੀਕੂਲ ਨਾਲ ਕਿਹੜੀ ਬੌਂਡਿੰਗ ਨਾਲ ਜੁੜਿਆ, ਹਾਈਡਰੋਜਨ ਬੌਂਡਿੰਗ। ਇਹਦਾ ਮਤਲਬ ਇਹ 'ਚ ਇੰਟਰੈਕਸ਼ਨ ਸਟਰੋਂਗ ਆ। ਇਹਦੇ ਵਿੱਚ ਆਪਣੇ ਵਿੱਚ ਸਟਰੋਂਗ ਹੋ ਸਕਦੀ, ਚਾਹੇ ਵੀਕ ਹੋਵੇ, ਇਹਦਾ ਆਪਾਂ ਨੂੰ ਇੰਨਾ ਫਰਕ ਨਹੀਂ ਪੈਣਾ, ਪਰ ਇਹਦਾ ਤਾਂ ਸਾਨੂੰ ਨਜ਼ਰ ਆ ਗਿਆ। ਪਰ ਜਦੋਂ ਅਸੀਂ ਦੋਨਾਂ ਨੂੰ ਮਿਕਸ ਕੀਤਾ ਹੈ ਨਾ, ਆਹ ਵਾਲੀ ਇੰਟਰੈਕਸ਼ਨ ਕੀ ਹੋ ਗਈ ਰਾਜੇ, ਆਹ ਵਾਲੇ ਮੋਲੀਕੂਲ ਵਿੱਚ ਫਸਣਗੇ, ਦੋਨੋਂ ਮਿਲਣਗੇ ਨਾ ਆਪਸ 'ਚ। ਆਹ ਮੋਲੀਕੂਲ ਜਿਹੜਾ ਸੀ ਕੰਪੋਨੈਂਟ, ਇਹਦੇ ਵਿੱਚ ਇੰਟਰੈਕਸ਼ਨ ਕੀ ਹੈ ਰਾਜੇ, ਸਟਰੋਂਗ ਆ, ਮਿਕਸ ਕਰਨ ਤੋਂ ਪਹਿਲਾਂ ਹੀ ਜੁੜਿਆ ਹੋਇਆ। ਹੁਣ ਤੁਸੀਂ ਇਹਦੇ ਵਿੱਚ ਕਿਹਨੂੰ ਪਾਤਾ, ਸਾਈਕਲੋਹੈਕਸੇਨ ਨੂੰ। ਜਦੋਂ ਇਹ ਐਡ ਹੋਊਗਾ, ਇਹਨਾਂ 'ਚ ਆਪਸ 'ਚ ਕੋਈ ਜੋੜ ਨਹੀਂ ਹੈਗਾ, ਇਹ ਕਿਸੇ ਬੌਂਡਿੰਗ ਨਾਲ ਨਹੀਂ ਜੁੜ ਸਕਦੇ। ਜਦੋਂ ਇਹ ਐਡ ਹੋਊਗਾ ਨਾ, ਇਹਦੀ ਇੰਟਰੈਕਸ਼ਨ ਨੂੰ ਤੋੜਨ ਦੀ ਕੋਸ਼ਿਸ਼ ਕਰੂਗਾ ਤੇ ਵਿੱਚ ਆਪ ਵੜਨ ਦੀ ਜਗ੍ਹਾ ਬਣਾਊਗਾ, ਜਿਹਦੇ ਕਰਕੇ ਇੰਟਰੈਕਸ਼ਨ ਕੀ ਹੋ ਜਾਊਗੀ, ਟੁੱਟ ਜਾਊਗੀ। ਟੁੱਟ ਕੇ ਇੰਟਰੈਕਸ਼ਨ ਜਦੋਂ ਇਹਦੇ ਵਿੱਚ ਮਿਕਸ ਹੋਊਗਾ, ਇੰਟਰੈਕਸ਼ਨ ਕੀ ਹੋ ਜਾਊਗੀ ਰਾਜੇ, ਵੀਕ ਹੋ ਜਾਏਗੀ। ਵੀਕ ਹੋਣ ਕਰਕੇ ਵੇਪਰਸ ਜਿਹੜੇ ਆ ਜ਼ਿਆਦਾ ਬਣ ਜਾਣਗੇ, ਉਹਦੇ ਨਾਲ ਪ੍ਰੈਸ਼ਰ ਜ਼ਿਆਦਾ ਹੋ ਜਾਊਗਾ, ਉਹਦੇ ਨਾਲ ਤੁਹਾਡਾ ਸੋਲੂਸ਼ਨ ਪੋਜ਼ਿਟਿਵ ਡੇਵੀਏਸ਼ਨ ਸ਼ੋ ਕਰੇਗਾ। ਸੋ ਕਲੀਅਰ ਹੋ ਗਿਆ ਹੁਣ ਤੁਹਾਨੂੰ। ਹੁਣ ਮੈਂ ਤਾਂ ਸਿਰਫ ਮੇਨ ਗੱਲ ਇਹੀ ਦੱਸੀ ਹੈ ਕਿ ਅਗਰ ਪਹਿਲੀ ਪਿਓਰ ਕੰਪੋਨੈਂਟ ਦੀ ਇੰਟਰੈਕਸ਼ਨ ਸਟਰੋਂਗ ਹੋਵੇ ਤੇ ਮਿਕਸ ਕਰਨ ਤੋਂ ਬਾਅਦ ਇੰਟਰੈਕਸ਼ਨ ਟੁੱਟ ਜਾਂਦੀ ਹੋਵੇ, ਵੀਕ ਬਣਦੀ ਹੋਵੇ, ਤਾਂ ਵੇਪਰ ਪ੍ਰੈਸ਼ਰ ਵੱਧ ਜਾਂਦਾ ਹੈ। ਕਲੀਅਰ? ਇਹ ਤੁਹਾਨੂੰ ਐਗਜ਼ਾਮਪਲ ਹੋ ਗਈ। ਹੁਣ ਐਗਜ਼ਾਮਪਲ ਤੋਂ ਬਾਅਦ ਦੋ ਚੀਜ਼ਾਂ ਹੋਰ ਚੈੱਕ ਕਰ ਲਈਏ। ਹੁਣ ਆਪਾਂ ਡੈਲਟਾ H ਮਿਕਸ ਵੀ ਚੈੱਕ ਕਰ ਲੈਂਦੇ ਹਾਂ ਔਰ ਡੈਲਟਾ V ਮਿਕਸ ਵੀ ਚੈੱਕ ਕਰ ਲੈਂਦੇ ਹਾਂ ਕਿ ਇਹ 'ਚ ਕੀ ਚੇਂਜ ਆਊਗਾ। ਹੁਣ ਦੇਖੋ ਡੈਲਟਾ H ਮਿਕਸ ਇਹਦੇ ਵਿੱਚ ਕੀ ਆਏਗੀ, ਪੋਜ਼ਿਟਿਵ ਸ਼ੋ ਹੋਏਗੀ। ਕਿੱਦਾਂ? ਜ਼ੀਰੋ ਨਹੀਂ ਆਏਗੀ, ਪੋਜ਼ਿਟਿਵ। ਹੁਣ ਦੇਖੋ ਪੋਜ਼ਿਟਿਵ ਇਹ ਆ, ਮੰਨ ਲਓ ਮੈਂ A ਕੰਪੋਨੈਂਟ ਲੈ ਰਹੀ ਹਾਂ, ਠੀਕ ਹੈ, ਔਰ B ਲੈ ਰਹੀ ਹਾਂ, ਫਿਰ ਮਿਕਸਿੰਗ ਤੋਂ ਬਾਅਦ AB ਲੈ ਰਹੀ ਹਾਂ। ਆਹ ਇੰਟਰੈਕਸ਼ਨ ਮੈਂ ਸਟਰੋਂਗ ਗਿਣੀਆਂ ਹੋਈਆਂ ਆ, ਠੀਕ ਆ। ਹੁਣ ਇਹਨਾਂ ਨੂੰ ਤੋੜਨ ਦੇ ਲਈ ਆਪਾਂ ਨੂੰ ਕੀ ਦੇਣੀ ਪਊਗੀ ਰਾਜੇ, ਹੀਟ ਦੇਣੀ ਪਊਗੀ। ਜਦੋਂ ਮਿਕਸ ਕਰਾਂਗੇ ਇਹ ਵਾਲੀਆਂ ਪਹਿਲਾਂ ਬ੍ਰੇਕ ਹੋਣਗੀਆਂ, ਫਿਰ ਨਵੀਂ ਬਣੂਗੀ। ਸੋ ਬ੍ਰੇਕ ਕਰਨ ਦੇ ਲਈ ਕੀ ਦੇਣੀ ਪਊਗੀ, ਆਪਾਂ ਨੂੰ ਹੀਟ ਦੇਣੀ ਪਊਗੀ। ਜਦੋਂ ਆਪਾਂ ਰਿਐਕਸ਼ਨ ਦੇ ਵਿੱਚ ਹੀਟ ਦਿੰਦੇ ਆ, ਉਹ ਰਿਐਕਸ਼ਨ ਨੂੰ ਐਂਡੋਥਰਮਿਕ ਰਿਐਕਸ਼ਨ ਕਹਿੰਦੇ ਆ, ਔਰ ਉਹਦੇ ਵਿੱਚ ਡੈਲਟਾ H ਕੀ ਹੁੰਦੀ ਹੈ, ਪੋਜ਼ਿਟਿਵ ਹੁੰਦੀ ਹੈ। ਜੇ ਹੀਟ ਬਾਹਰ ਨਿਕਲਦੀ ਹੈ ਉਹਨੂੰ ਐਕਸੋਥਰਮਿਕ ਰਿਐਕਸ਼ਨ ਕਹਿੰਦੇ ਆ, ਉਹ 'ਚ ਡੈਲਟਾ H ਕੀ ਹੁੰਦੀ ਹੈ, ਨੈਗੇਟਿਵ ਹੁੰਦੀ ਹੈ। ਸੋ ਇੱਥੇ ਡੈਲਟਾ H ਕੀ ਹੋ ਜਾਏਗੀ, ਪੋਜ਼ਿਟਿਵ। ਹੁਣ ਆਪਾਂ ਵੋਲਿਊਮ ਚੈੱਕ ਕਰਦੇ ਹਾਂ। ਪਹਿਲਾ ਇੰਟਰੈਕਸ਼ਨ ਕੀ ਹੈ ਰਾਜੇ, ਸਟਰੋਂਗ ਆ। ਪਹਿਲਾਂ ਇਹਦੀ ਵੀ ਇੰਟਰੈਕਸ਼ਨ ਕੀ ਹੈ, ਸਟਰੋਂਗ ਆ। ਜੇ ਜੁੜੇ ਹੋਏ ਫਿਰ ਇਹ ਘੱਟ ਜਗ੍ਹਾ ਘੇਰਨਗੇ, ਆਪਸ 'ਚ ਨੇੜੇ ਨੇੜੇ ਹੋ ਜਾਣਗੇ ਨਾ, ਇਹਨਾਂ ਦਾ ਵੋਲਿਊਮ ਘੱਟ ਹੋਊਗਾ। ਪਰ ਜਦੋਂ ਆਪਾਂ ਇਹਨਾਂ ਨੂੰ ਮਿਕਸ ਕੀਤਾ, ਇਹਨਾਂ ਦੀ ਇੰਟਰੈਕਸ਼ਨ ਕੀ ਹੋ ਗਈ ਰਾਜੇ, ਵੀਕ। ਇਹ ਇੱਕ ਦੂਜੇ ਤੋਂ ਕੀ ਹੋ ਜਾਣਗੇ, ਦੂਰ ਹੋ ਜਾਣਗੇ, ਥੋੜੇ ਢਿੱਲੇ ਹੋ ਜਾਣਗੇ, ਤਾਂ ਵੋਲਿਊਮ ਕੀ ਹੋ ਜਾਏਗਾ, ਵੱਧ ਜਾਏਗਾ। ਇਸ ਲਈ ਡੈਲਟਾ H ਮਿਕਸ ਵੀ ਕੀ ਹੋਏਗੀ, ਇਸ ਕੇਸ ਦੇ ਵਿੱਚ ਪੋਜ਼ਿਟਿਵ ਹੋਏਗੀ। ਸੋ ਕਲੀਅਰ ਹੋ ਗਿਆ ਦੋਨੇ ਗੱਲਾਂ। ਇੰਟਰੈਕਸ਼ਨ ਦੇ ਨਾਲ ਫਰਕ ਪੈ ਜਾਂਦਾ, ਜਿਹਦੇ ਨਾਲ ਸੋਲੂਸ਼ਨ ਜਿਹੜੇ ਆ ਡੇਵੀਏਸ਼ਨ ਸ਼ੋ ਕਰਦੇ ਆ। ਇਹ ਮੈਂ ਤੁਹਾਨੂੰ ਸਮਝਾਇਆ ਜਿਹੜੇ ਸੋਲੂਸ਼ਨ ਪੋਜ਼ਿਟਿਵ ਡੇਵੀਏਸ਼ਨ ਸ਼ੋ ਕਰਦੇ ਆ। ਹੁਣ ਮੈਂ ਸਮਝਾਉਂਗੀ ਜਿਹੜੇ ਸੋਲੂਸ਼ਨ ਨੈਗੇਟਿਵ ਡੇਵੀਏਸ਼ਨ ਸ਼ੋ ਕਰਦੇ ਆ, ਉਹ ਉਲਟ ਹੋਣਗੇ ਇਹਦੇ ਤੋਂ। ਅਗਰ ਇਹ ਸਮਝ ਆ ਗਿਆ ਫਿਰ ਉਹ ਤੁਹਾਨੂੰ ਇੱਕ ਸਕਿੰਟ 'ਚ ਸਮਝ ਆ ਜਾਣਾ। ਹੁਣ ਮੈਂ ਫਿਰ ਗ੍ਰਾਫ ਡਰਾ ਕਰਦੀ ਹਾਂ। ਹੁਣ ਤੁਹਾਨੂੰ ਗ੍ਰਾਫ ਯਾਦ ਵੀ ਹੋ ਜਾਣਾ ਕਿ ਬਾਰ-ਬਾਰ ਆਪਾਂ ਕਿਸ ਤਰ੍ਹਾਂ ਬਣਾ ਰਹੇ ਹਾਂ। ਤੁਸੀਂ ਡੇਲੀ ਬਣਾਓ ਇਹਨੂੰ, ਫਿਰ ਤੁਹਾਨੂੰ ਚੇਤੇ ਹੋ ਜਾਣਾ ਹੈ, ਠੀਕ ਹੈ। ਇੱਦਾਂ ਹੀ ਬਣਾਉਂਦੀ ਨਾ ਮੈਂ, ਇੱਦਾਂ ਹੀ ਤੁਸੀਂ ਬਣਾ ਲੈਣਾ। ਇੱਥੇ ਡੋਟਡ ਲਾਈਨ ਨਾਲ ਪੂਰਾ ਕਰ ਲਓ,
ਇੱਥੇ ਉਹੀ ਲਿਖ ਲਓ XA1 ਕਰ ਲਓ, ਇੱਧਰ 0 ਬਣਾ ਲਓ, ਇੱਧਰ XB 0 ਕਰ ਲਓ, ਇੱਧਰ 1 ਬਣਾ ਲਓ। ਬਸ ਇਹ ਤਾਂ ਲਿਖਣਾ ਸੌਖਾ ਹੀ ਆ P0A ਕਰ ਦਿਓ, P0B ਕਰ ਦਿਓ। ਹੁਣ ਮੈਂ ਇਹਨਾਂ ਨੂੰ ਮਿਲਾਤਾ, ਠੀਕ ਹੈ। ਹੁਣ ਨੈਗੇਟਿਵ ਡੈਵੀਏਸ਼ਨ ਜਿਹੜਾ ਜੇ ਗ੍ਰਾਫ ਥੱਲੋਂ ਦੀ ਬਣੂਗਾ, ਇਹ ਇੱਦਾਂ ਦੀ ਲੈ ਜਾਈਏ ਨੀਚੇ ਦੀ, ਉਹੀ ਕਰਵ ਆਪਾਂ ਹੇਠੋਂ ਬਣਾਉਣਾ, ਤਾਂ ਟੋਟਲ ਦਾ ਵੀ ਕਿੱਥੇ ਹੋ ਗਿਆ ਨੀਚੇ। ਨੀਚੇ ਦਾ ਮਤਲਬ ਇਹ ਹੋਇਆ ਕਿ ਸੋਲੂਸ਼ਨ ਦਾ ਵੇਪਰ ਪ੍ਰੈਸ਼ਰ ਘਟ ਗਿਆ, ਜਿੰਨਾ ਰਾਊਟਸ ਲਾ ਕਹਿੰਦਾ ਸੀ ਹੋਣਾ ਚਾਹੀਦਾ ਉਹਨਾਂ ਨਹੀਂ ਹੈਗਾ, ਇਹ ਉਸ ਤੋਂ ਘਟ ਗਿਆ। ਸੋ ਆਪਾਂ ਦੋ ਤਰ੍ਹਾਂ ਦੇ ਸੋਲੂਸ਼ਨ ਪੜ੍ਹ ਰਹੇ ਹਾਂ, ਜਿਹੜੇ ਰਾਊਟਸ ਲਾ ਦੇ ਨਾਲੋਂ ਜਾਂ ਤਾਂ ਪ੍ਰੈਸ਼ਰ ਵਧਾ ਕੇ ਦਿਖਾ ਰਹੇ ਆ ਜਾਂ ਪ੍ਰੈਸ਼ਰ ਘਟਾ ਕੇ ਦਿਖਾ ਰਹੇ। ਇੱਥੇ ਘਟ ਗਿਆ, ਜਦੋਂ ਨੀਚੇ ਦੀ ਕਰਵ ਆਊਗਾ ਨਾ ਫਿਰ ਵੇਪਰ ਪ੍ਰੈਸ਼ਰ ਡਾਊਨ ਚਲਾ ਗਿਆ। ਹੁਣ ਇਹ ਕਿਉਂ ਘਟ ਗਿਆ ਰਾਜੇ, ਇਹ ਫਿਰ ਚੱਕਰ ਇੰਟਰੈਕਸ਼ਨ ਦਾ ਹੀ ਆ। ਹੁਣ ਮੈਂ ਫਿਰ ਤੁਹਾਨੂੰ ਸਮਝਾਉਂਦੀ। ਆਪਣੇ ਕੋਲ ਕੰਪੋਨੈਂਟ AA ਆ, ਠੀਕ ਆ, ਇੱਕ ਕਿਹੜਾ BB, ਇੱਕ ਮਿਕਸ ਹੋ ਕੇ ਕਿਹੜੇ ਬਣ ਗਏ AB। ਹੁਣ ਤੁਸੀਂ ਚੈੱਕ ਕਰੋ, ਮੰਨ ਲਓ AA ਦੇ ਵਿੱਚ ਤੇ BB ਦੇ ਵਿੱਚ ਆਪਸ ਦੇ ਵਿੱਚ ਵੀਕ ਇੰਟਰੈਕਸ਼ਨਸ ਆ, ਮਤਲਬ ਬਹੁਤੀਆਂ ਵਧੀਆ ਨਹੀਂ ਹੈਗੀਆਂ, ਖੁੱਲੇ ਖੁੱਲੇ ਪਏ ਆ, ਠੀਕ ਆ। ਪਰ ਜਦੋਂ ਮਿਕਸ ਕੀਤਾ ਬੜੇ ਸਟਰੋਂਗ ਹੋ ਗਏ, ਤਾਂ ਬੜੀ ਚੰਗੀ ਤਰ੍ਹਾਂ ਜੁੜ ਗਏ। ਜੇ ਇਹ ਚੰਗੀ ਤਰ੍ਹਾਂ ਜੁੜ ਗਏ, ਦੇਖੋ ਪਹਿਲਾਂ ਕੱਲੇ ਕੱਲੇ ਦੇ ਵੇਪਰ ਜ਼ਿਆਦਾ ਬਣਦੇ ਹੋਣਗੇ, ਇਹਦੇ ਵੀ ਕੱਲੇ ਕੱਲੇ ਦੇ, ਕਿਉਂਕਿ ਵੀਕ ਇੰਟਰੈਕਸ਼ਨ ਹੈ ਨਾ, ਵੀਕ ਵਾਲੇ ਕੇਸ 'ਚ ਵੇਪਰ ਜ਼ਿਆਦਾ ਬਣਦੇ। ਪਰ ਜਦੋਂ ਮਿਕਸ ਕੀਤਾ ਸਟਰੋਂਗ ਹੋ ਗਈ, ਹੁਣ ਵੇਪਰਸ ਕੀ ਹੋ ਜਾਣਗੇ, ਘਟ ਜਾਣਗੇ। ਵੇਪਰਸ ਘਟਣ ਦੇ ਨਾਲ ਪ੍ਰੈਸ਼ਰ ਘਟ ਗਿਆ, ਪ੍ਰੈਸ਼ਰ ਘਟਣ ਦੇ ਨਾਲ ਵੇਪਰ ਪ੍ਰੈਸ਼ਰ ਘਟ ਗਿਆ, ਜਿਹਦੇ ਨਾਲ ਕਰਵ ਕੀ ਹੋ ਗਿਆ, ਥੱਲੋਂ ਦੀ ਆ ਗਿਆ। ਹੁਣ ਤਾਂ ਕਲੀਅਰ ਹੋ ਗਿਆ ਨਾ। ਸੋ ਇੰਟਰੈਕਸ਼ਨ ਤੇ ਡਿਪੈਂਡ ਕਰਦਾ ਕਿ ਮਿਕਸ ਕਰਨ ਤੋਂ ਬਾਅਦ ਚੇਂਜ ਤਾਂ ਨਹੀਂ ਹੋਗੀ ਇੰਟਰੈਕਸ਼ਨ। ਅਗਰ ਚੇਂਜ ਹੋ ਗਈ ਤਾਂ ਫਿਰ ਰਾਊਟਸ ਲਾ ਫੋਲੋ ਨਹੀਂ ਹੋਣਾ, ਫਿਰ ਉਹ ਨਾਨ ਆਈਡੀਅਲ ਸੋਲੂਸ਼ਨ ਬਣ ਜਾਂਦਾ। ਸੋ ਇਸ ਸੋਲੂਸ਼ਨ ਦੇ ਵਿੱਚ ਇੰਟਰੈਕਸ਼ਨ ਉਲਟ ਗਈਆਂ, ਪਹਿਲਾਂ ਵੀਕ ਸੀ, ਬਾਅਦ 'ਚ ਸਟਰੋਂਗ ਬਣ ਗਈ। ਸਟਰੋਂਗ ਬਣਨ ਦੇ ਨਾਲ ਵੇਪਰਸ ਘਟ ਗਏ, ਵੇਪਰ ਘਟਣ ਨਾਲ ਪ੍ਰੈਸ਼ਰ ਘਟ ਗਿਆ, ਪ੍ਰੈਸ਼ਰ ਘਟਣ ਨਾਲ ਗ੍ਰਾਫ ਜਿਹੜਾ ਸੀ ਉਹ ਡਾਊਨ ਬਣ ਗਿਆ। ਸੋ ਇਹ ਸੋਲੂਸ਼ਨਸ ਸ਼ੋ ਕਰਦੇ ਆ, ਕਰਨਗੇ ਆਪਣੇ ਕੋਲ ਨੈਗੇਟਿਵ ਡੈਵੀਏਸ਼ਨ। ਹੁਣ ਇਹ 'ਚ ਵੀ ਦੋ ਚੀਜ਼ਾਂ ਤੁਸੀਂ ਚੈੱਕ ਕਰ ਸਕਦੇ ਆ, ਇੱਕ ਡੈਲਟਾ H ਦਾ ਕੀ ਅਸਰ ਹੋਊਗਾ, ਹੈ ਨਾ, ਇੱਕ ਡੈਲਟਾ V ਤੇ ਕੀ ਅਸਰ ਹੋਊਗਾ। ਦੇਖੋ ਹੈ ਸਿੰਪਲ ਜਿਹਾ ਟੌਪਿਕ ਆ, ਪਰ ਸਮਝਣ ਵਾਲਾ ਆ। ਹੁਣ ਡੈਲਟਾ H ਤੇ ਇੱਦਾਂ ਆ, ਪਹਿਲਾਂ ਇੰਟਰੈਕਸ਼ਨ ਵੀਕ ਸੀ, ਤੁਹਾਨੂੰ ਹੀਟ ਨਹੀਂ ਦੇਣੀ ਪੈਣੀ ਤੋੜਨ ਲਈ, ਆਪੇ ਟੁੱਟ ਜਾਣਗੀਆਂ। ਪਰ ਜਦੋਂ ਕਹਿੰਦੇ ਸਟਰੋਂਗ ਫੋਰਸ ਬਣਦੀ ਨਾ, ਉਦੋਂ ਹੀਟ ਰਿਲੀਜ਼ ਹੁੰਦੀ ਹੈ, ਨਿਕਲਦੀ ਹੈ ਬਾਹਰ। ਤਾਂ ਡੈਲਟਾ H ਜਿਹੜਾ ਹੋਏਗਾ ਨਾ, ਇਹ ਐਕਸੋਥਰਮਿਕ ਰਿਐਕਸ਼ਨ ਬਣੇਗਾ। ਇਸ ਕੇਸ ਦੇ ਵਿੱਚ ਤੁਹਾਡੇ ਕੋਲ ਡੈਲਟਾ H ਕੀ ਹੋਏਗੀ ਰਾਜੇ, ਨੈਗੇਟਿਵ ਹੋਏਗੀ। ਹੁਣ ਵੋਲਿਊਮ ਦਾ ਦੇਖੀਏ, ਵੋਲਿਊਮ ਇੱਦਾਂ ਵੀ ਪਹਿਲਾਂ ਜਿਹੜੇ ਸੀ ਉਹ ਢਿੱਲੇ ਢਿੱਲੇ ਪਏ ਸੀ, ਵੀਕ ਸੀ ਇੰਟਰੈਕਸ਼ਨ, ਜਦੋਂ ਮਿਕਸ ਕੀਤੇ ਸਟਰੋਂਗ ਹੋ ਜੁੜ ਗਏ। ਹੁਣ ਵੋਲਿਊਮ ਕੀ ਹੋ ਗਿਆ ਰਾਜੇ, ਘਟ ਗਿਆ। ਸੋ ਪਹਿਲਾਂ ਨਾਲੋਂ ਘਟ ਗਿਆ, ਇਸ ਲਈ ਡੈਲਟਾ V ਜਿਹੜਾ ਹੋਊਗਾ ਉਹ ਵੀ ਕੀ ਸ਼ੋ ਹੋਏਗਾ, ਨੈਗੇਟਿਵ ਸ਼ੋ ਹੋਏਗਾ। ਸੋ ਇਹ ਦੋਨੋਂ ਵੀ ਕੀ ਹੋ ਜਾਣਗੇ, ਚੇਂਜ ਹੋ ਜਾਣਗੇ। ਐਦਾਂ ਦੇ ਸੋਲੂਸ਼ਨ ਨੂੰ ਅਸੀਂ ਨਾਨ ਆਈਡੀਅਲ ਸੋਲੂਸ਼ਨਸ ਕਹਿੰਦੇ ਆ। ਸੋ ਇਹਦੀ ਵੀ ਐਗਜ਼ਾਮਪਲ ਆਪਾਂ ਕੋਈ ਵੀ ਲੈ ਕੇ ਕਰ ਸਕਦੇ ਆ, ਜਿਹੜੀ ਨੈਗੇਟਿਵ ਡੈਵੀਏਸ਼ਨ ਸ਼ੋ ਕਰਦੇ ਆ। ਫੋਰ ਐਗਜ਼ਾਮਪਲ ਐਸੀਟੋਨ ਐਂਡ ਕਲੋਰੋਫਾਰਮ ਇੱਕ ਐਗਜ਼ਾਮਪਲ ਹੈਗੀ ਆ ਆਪਣੇ ਕੋਲ, ਬੜੀ ਕਾਮਨ ਜੀ ਹੈ, ਐਸੀਟੋਨ ਐਂਡ ਕਲੋਰੋਫਾਰਮ। ਐਸੀਟੋਨ ਦਾ ਫਾਰਮੂਲਾ ਰਾਜੇ ਹੁੰਦਾ CH3 ਡਬਲ ਬੌਂਡ ਹੋ, ਤੇ ਕਲੋਰੋਫਾਰਮ ਦਾ ਜਿਹੜਾ ਫਾਰਮੂਲਾ ਹੁੰਦਾ ਆਪਣੇ ਕੋਲ, ਆਪਾਂ ਇੱਥੇ ਪਲੱਸ ਨਾ ਪਾਈਏ, C ਦੇ ਨਾਲ 3 Cl ਲੱਗੇ ਹੁੰਦੇ ਆ, CHCl3 1 H। ਆ ਇੰਟਰੈਕਸ਼ਨ ਹੋ ਗਈ, ਇਹਨੂੰ ਕਹਿੰਦੇ ਹਾਈਡਰੋਜਨ ਬੌਂਡਿੰਗ। ਜਿਹੜੀ O ਤੇ H ਦੇ ਵਿੱਚ ਬੌਂਡ ਬਣਦਾ ਨਾ, ਇਹ ਹਾਈਡਰੋਜਨ ਬੌਂਡ ਹੁੰਦਾ, ਸਟਰੋਂਗ ਬੌਂਡਿੰਗ ਹੁੰਦੀ ਆ। ਸੋ ਪਹਿਲਾਂ ਇਕੱਲੇ ਐਸੀਟੋਨ 'ਚ ਕੋਈ ਇੰਟਰੈਕਸ਼ਨ ਨਹੀਂ ਸੀਗੀ, ਕੱਲੀ ਕਲੋਰੋਫਾਰਮ 'ਚ ਕੋਈ ਨਹੀਂ ਸੀ। ਜਦੋਂ ਤੁਸੀਂ ਦੋਨੋਂ ਮਿਕਸ ਕੀਤੇ ਸਟਰੋਂਗ ਇੰਟਰੈਕਸ਼ਨ ਨਜ਼ਰ ਆ ਗਈ। ਸਟਰੋਂਗ ਹੋਣ ਕਰਕੇ ਹੁਣ ਇਹਦੇ ਵੇਪਰਸ ਨਹੀਂ ਬਣਨੇ, ਕਿਉਂਕਿ ਜੇ ਸਟਰੋਂਗ ਫੋਰਸ ਨਾਲ ਇਹ ਜੁੜ ਗਏ, ਫਿਰ ਇਹਨਾਂ ਦੇ ਵੇਪਰਸ ਦੀ ਗਿਣਤੀ ਕੀ ਹੈ ਰਾਜੇ, ਘਟ ਜੂਗੀ, ਤਾਂ ਪ੍ਰੈਸ਼ਰ ਵੀ ਘਟ ਜੂਗਾ, ਇਸ ਲਈ ਨੈਗੇਟਿਵ ਡੈਵੀਏਸ਼ਨ ਸ਼ੋ ਕਰਨਗੇ। ਠੀਕ ਹੈ। ਸੋ ਇਸ ਕੇਸ ਦੇ ਵਿੱਚ ਹੁਣ ਦੇਖੋ ਦੋਨੋਂ ਜੁੜ ਜਾਣਗੇ, ਵੋਲਿਊਮ ਵੀ ਘਟ ਜੂਗਾ, ਦੋਨੋਂ ਜੁੜ ਗਏ, ਨਵੀਂ ਫੋਰਸ ਪੈਦਾ ਹੋ ਗਈ, ਤਾਂ ਹੀਟ ਨਿਕਲੂਗੀ, ਡੈਲਟਾ 'ਚ ਨੈਗੇਟਿਵ ਆ ਗਈ। ਸੋ ਇਹ ਗੱਲਾਂ ਆਪਾਂ ਨੈਗੇਟਿਵ ਦੇ ਵਿੱਚ ਡੈਵੀਏਸ਼ਨ 'ਚ ਕਰ ਸਕਦੇ ਹਾਂ। ਸੋ ਪਹਿਲਾਂ ਫਿਰ ਇਹਨਾਂ ਦੇ ਵਿੱਚ ਆਪਾਂ ਡਿਫਰੈਂਸ ਵੀ ਕਰਨਾ ਆ। ਠੀਕ ਹੈ। ਸੋ ਪਹਿਲਾਂ ਮੈਂ ਹੁਣ ਜੋ ਕਰਾਇਆ ਉਹਨੂੰ ਰਿਪੀਟ ਕਰ ਦੇਵਾਂ। ਮੈਂ ਤੁਹਾਨੂੰ ਅੱਜ ਜਿਹੜਾ ਦੱਸਿਆ ਉਹ ਇਹ ਦੱਸਿਆ ਵੀ ਆਈਡੀਅਲ ਸੋਲੂਸ਼ਨ ਜਿਹੜੇ ਆ ਉਹਨਾਂ ਸੋਲੂਸ਼ਨਸ ਨੂੰ ਕਹਿੰਦੇ ਆ ਜਿਹੜੇ ਰਾਊਟਸ ਲਾ ਨੂੰ ਫੋਲੋ ਕਰਦੇ ਆ। ਠੀਕ ਹੈ ਨਾ ਜੀ। ਔਰ ਰਾਊਟਸ ਲਾ ਨੂੰ ਫੋਲੋ ਉਹ ਕਰਨਗੇ ਜਿਹਦੇ ਵਿੱਚ ਇੰਟਰੈਕਸ਼ਨ ਸੇਮ ਰਹਿਣਗੀਆਂ, A ਦੇ ਵਿੱਚ, B ਦੇ ਵਿੱਚ ਤੇ A ਤੇ B ਦੇ ਵਿੱਚ। ਠੀਕ ਹੈ। ਮਿਲਾਉਣ ਤੋਂ ਪਹਿਲਾਂ ਤੇ ਮਿਲਾਉਣ ਤੋਂ ਬਾਅਦ ਦੀਆਂ ਫੋਰਸਿਸ ਜਿਹੜੀਆਂ ਸੇਮ ਰਹਿਣਗੀਆਂ, ਉਹ ਤਾਂ ਬਣਨਗੇ ਆਈਡੀਅਲ। ਉਹ ਰਾਊਟਸਾਂ ਨੂੰ ਫੋਲੋ ਵੀ ਕਰਨਗੇ, ਗ੍ਰਾਫ ਵੀ ਸਹੀ ਸ਼ੋ ਕਰਨਗੇ। ਪਰ ਜਿਹੜੇ ਨੋਨ ਆਈਡੀਅਲ ਸਮਝਾਏ ਆ ਉਹ ਤੁਹਾਨੂੰ ਮੈਂ ਇਹ ਦੱਸਿਆ ਵੀ ਨੋਨ ਆਈਡੀਅਲ ਰਾਊਟਸਾਂ ਨੂੰ ਫੋਲੋ ਨਹੀਂ ਕਰ ਪਾਉਂਦੇ, ਕਿਉਂਕਿ ਉਹਨਾਂ ਦੇ ਵਿੱਚ ਸੇਮ ਇੰਟਰੈਕਸ਼ਨਸ ਨਹੀਂ ਹੁੰਦੀਆਂ। ਜਾਂ ਤਾਂ ਫਿਰ A ਤੇ B ਦੀ ਇਕੱਲੇ ਇਕੱਲੇ ਵਿੱਚ ਪਹਿਲਾਂ ਸਟਰੋਂਗ ਕੀਤੀ ਆਪਾਂ, ਮਿਕਸ ਕਰਨ 'ਤੇ ਕੀ ਹੋ ਜਾਂਦੀ ਹੈ, ਵੀਕ ਹੋ ਜਾਂਦੀ ਆ, ਉਸ ਕੇਸ 'ਚ ਪ੍ਰੈਸ਼ਰ ਵੱਧ ਜਾਂਦਾ। ਜਾਂ ਫਿਰ ਪਹਿਲਾਂ A ਤੇ B ਵਿੱਚ ਪਹਿਲਾਂ ਸਟਰੋਂਗ ਹੋਵੇ, ਵੀਕ ਹੋਵੇ ਸੌਰੀ, ਬਾਅਦ 'ਚ ਸਟਰੋਂਗ ਬਣ ਜੇ ਤਾਂ ਵੇਪਰ ਪ੍ਰੈਸ਼ਰ ਘੱਟ ਜਾਂਦਾ। ਯਾਨੀ ਜਿਹੜੇ ਨੋਨ ਆਈਡੀਅਲ ਸੋਲੂਸ਼ਨ ਆ, ਜਾਂ ਤਾਂ ਉਹ ਵੇਪਰ ਪ੍ਰੈਸ਼ਰ ਵਧਾ ਕੇ ਸ਼ੋ ਕਰਦੇ ਆ, ਜਾਂ
घटा के शो करते हैं। सो एक बन गए पॉजिटिव डेविएशन वाले, एक बन गए नैगेटिव डेविएशन वाले। आइडियल दे विच अपने कोल डेल्टा एच जीरो रहिंदा, मिक्सिंग तो बाद डेल्टा वी भी जीरो रहिंदा, वॉल्यूम हीट चेंज जीरो रहिंदे। पर नॉन आइडियल के केस दे विच एक केस अपने कोल पॉजिटिव आंदे, एक केस दे विच नैगेटिव आंदे। सो मेरे हिसाब नाल टॉपिक तुहानूं राजे क्लीयर हो गया होएगा। लास्ट दे विच एक डेफिनेशन आपां जरूर करांगे, वट आर डिफाइन एजियोट्रॉप्स। इहदी मैं ज़्यादा डिटेल च टॉपिक अपने सिलेबस या नहीं, सिर्फ डेफिनेशन तुसीं कर लईओ, नहीं तो फिर ये तुसीं थोड़ा जिहा उलझ जाना टॉपिक च। इसलिए मैं तुहानूं सिर्फ डिफाइन ही दस्सिआ है, डिफाइन एजियोट्रॉप्स। ਇਹਦੀ ਡੈਫੀਨੇਸ਼ਨ ਇਹ ਹੁੰਦੀ ਹੈ ਰਾਜੇ, ਕੁਝ ਸੋਲੂਸ਼ਨਸ ਇੱਦਾਂ ਦੇ ਹੁੰਦੇ ਆ, ਦੋ ਲਿਕੁਇਡਸ ਨੂੰ ਜਦੋਂ ਅਸੀਂ ਮਿਕਸ ਕਰਦੇ ਹਾਂ ਤਾਂ ਇੱਕ ਕੌਨਸਟੈਂਟ ਟੈਂਪਰੇਚਰ ਤੇ ਦੋਨੇ ਬੋਇਲ ਹੋਣ ਲੱਗ ਪੈਂਦੇ ਆ। ਯਾਨੀ ਇਹਨਾਂ ਦੀ ਡੈਫੀਨੇਸ਼ਨ ਇਹ ਹੋਏਗੀ, ਥੀਸ ਆਰ ਦ ਸੋਲੂਸ਼ਨਸ ਵਿਚ ਬੋਇਲ ਐਟ ਕੌਨਸਟੈਂਟ ਟੈਂਪਰੇਚਰ। ਇੱਕੋ ਹੀ ਟੈਂਪਰੇਚਰ ਤੇ ਦੋਨੋਂ ਲਿਕੁਇਡ ਇਕੱਠੇ ਬੋਇਲ ਕਰ ਜਾਂਦੇ ਆ। ਸਾਨੂੰ ਫਿਰ ਇਹ ਨਹੀਂ ਪਤਾ ਲੱਗਦਾ ਹੈਗਾ, ਇੱਕ ਯਾਨੀ ਉਹ ਪਿਓਰ ਲਿਕੁਇਡ ਦੀ ਤਰ੍ਹਾਂ ਬਿਹੇਵ ਕਰਦੇ ਆ। ਔਰ ਇਹਨਾਂ ਨੂੰ ਆਪਾਂ ਡਿਸਟਿਲ ਕਰਕੇ, ਠੰਡਾ ਕਰਕੇ, ਇਹਨਾਂ ਦੀ ਕੰਪੋਜੀਸ਼ਨ ਤੋਂ ਚੇਂਜ ਤੋਂ ਬਗੈਰ ਇਹਨਾਂ ਨੂੰ ਇੱਦਾਂ ਹੀ ਬਾਹਰ ਕੱਢ ਸਕਦੇ ਹਾਂ। ਯਾਨੀ ਇਹ ਪਿਓਰ ਲਿਕੁਇਡ ਦੀ ਤਰ੍ਹਾਂ ਬਿਹੇਵ ਕਰਦੇ ਆ। ਉਸ ਵਕਤ ਨਾ ਤਾਂ ਇੱਕ ਲਿਕੁਇਡ ਰਹਿੰਦਾ ਆਪਣੀ ਨੇਚਰ ਦਾ, ਨਾ ਦੂਜਾ, ਦੋਨੋਂ ਜਿਹੜੇ ਸੇਮ ਟੈਂਪਰੇਚਰ 'ਤੇ ਬੋਇਲ ਕਰਦੇ ਆ। ਇੱਦਾਂ ਦੇ ਮਿਕਸਚਰਸ ਨੂੰ ਜਾਂ ਸੋਲੂਸ਼ਨ ਨੂੰ ਅਸੀਂ ਏਜ਼ੀਓਟ੍ਰੋਪਸ ਬੋਲਦੇ ਹਾਂ। ਠੀਕ ਹੈ, ਇਹ ਤੁਸੀਂ ਡੈਫੀਨੇਸ਼ਨ ਕਰ ਲੈਣੀ ਆ। ਔਰ ਇਹਦੇ ਨਾਲ ਹੀ ਤੁਹਾਡਾ ਜਿਹੜਾ ਅੱਜ ਦਾ ਟੌਪਿਕ ਹੈ ਕੰਪਲੀਟ ਹੋ ਗਿਆ ਆ। ਹੁਣ ਆਪਾਂ ਨੈਕਸਟ ਟੌਪਿਕ ਕਰਾਂਗੇ। ਓਕੇ ਰਾਜੇ, ਆਲ ਦੀ ਬੈਸਟ।